ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਗੁਰੂ ਹਰਗੋਬਿੰਦ ਆਸਰਾ ਪਾਕਰਮ ਕੇ ਮਕਬੂਲ ਸ਼ੁੱਧ ਜ਼ੋਂ ਸ਼ਕੀ ਉਦਜ਼ਮ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ੍ਰੀ ਸਿੰਘ ਸਭਾ ਪਾਰਕ ਐਵੀਨਿਊ ਵਿਖੇ ਆਪ ਸਰਬੱਤ ਸੰਗਤਾਂ ਨੇ ਹਾਜ਼ਰੀਨ ਹੋ ਕਰਕੇ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਸੰਤ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਪਾਸੋਂ ਤੁਰਕੀ ਬਾਣੀ ਦੀ ਕਥਾ ਸਰਵਣ ਕੀਤੀ ਹੈ। ਦੇਸ਼ਾਂ ਦੇਸ਼ਾਂਤਰਾਂ ਵਿੱਚ ਸਿੱਖੀ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਲਈ ਪ੍ਰਚਾਰ ਪ੍ਰਸਾਰ ਕਰਦੇ ਨੇ। ਸੋ ਦਾਸੀ ਰਹੇ ਸਨ, ਅੱਜ ਇੱਥੇ ਫਲਾਈਟ ਤੇ ਚੱਲ ਕੇ ਆਏ ਨੇ ਤੇ ਹੁਣ ਆਪ ਸੰਗਤ ਦੇ ਸਨਮੁਖ ਹਾਜ਼ਰੀਨ ਹੋ ਕਰਕੇ ਆਨੰਦਮਈ ਕਥਾ ਸਰਵਣ ਕਰਵਾਈ ਹੈ। ਉਹ ਸੰਪਰਦਾਵਾਂ ਜਿਹੜੀਆਂ ਨੇ ਸਿੱਖੀ ਦੇ ਸਕੂਲ ਨੇ, ਗੁਰੂ ਨਾਨਕ ਸਾਹਿਬ ਸਾਡੇ ਪ੍ਰਿੰਸੀਪਲ ਨੇ, ਪਰ ਇਹ ਉਹ ਜਮਾਤਾਂ ਨੇ ਜਿਹੜੀਆਂ ਗੁਰਸਿੱਖੀ ਦੀ ਫੁਲਵਾੜੀ ਨੂੰ ਪ੍ਰਫੁੱਲਤ ਰੱਖਣ ਲਈ ਤਤਪਰ ਨੇ। ਔਰ ਇਹਨਾਂ ਸੰਪਰਦਾਵਾਂ ਦੇ ਮਹਾਂਪੁਰਸ਼ ਗਿਆਨੀ ਜਨ ਸਾਰਾ ਜੀਵਨ ਪੰਥ ਲਈ ਲਾ ਦਿੰਦੇ ਨੇ। ਜਿੱਥੇ ਬਚਪਨ ਤੋਂ ਵਿਦਿਆ ਦਾ ਆਗਾਜ਼ ਹੁੰਦਾ ਹੈ, ਪਹਿਲਾਂ ਵਿਦਿਆ ਪੜ੍ਹਦਿਆਂ ਬਚਪਨ ਲੰਘ ਜਾਂਦਾ ਹੈ, ਜਵਾਨੀ ਅੱਧੀ ਲੰਘ ਜਾਂਦੀ ਹੈ, ਫਿਰ ਸਟੇਜਾਂ ਦਾ ਸ਼ਿੰਗਾਰ ਬਣ ਜਾਂਦੇ ਨੇ ਤੇ ਇਉਂ ਬਜ਼ੁਰਗੀ ਤਾਈਂ ਪ੍ਰਚਾਰ ਪ੍ਰਸਾਰ ਚੱਲਦਾ ਹੈ। ਸੋ ਇਹ ਕਿਸੇ ਵੀ ਧਰਮ ਦੀ ਤੁਸੀਂ ਬਾਤ ਪਾਓ, ਚਾਹੇ ਇਸਲਾਮ ਜਗਤ ਹੈ, ਚਾਹੇ ਸਨਾਤਨ ਮਤ ਹੈ, ਚਾਹੇ ਸਿੱਖ ਜਗਤ ਹੈ, ਹਰ ਧਰਮ ਦੇ ਵਿੱਚ ਇਹ ਸੰਪਰਦਾਵਾਂ ਹੁੰਦੀਆਂ ਨੇ। ਇਸਲਾਮ ਵਿੱਚ ਨਕਸ਼ਬੰਦੀ ਮਤ ਹੈ, ਸਖੀ ਸਰਵਰਾਂ ਦਾ ਮਤ ਹੈ, ਵੱਖ-ਵੱਖ ਸੰਸਥਾਵਾਂ ਨੇ, 72 ਦੇ ਕਰੀਬ ਫਿਰਕੇ ਨੇ। ਇੱਦਾਂ ਸਿੱਖ ਜਗਤ ਵਿੱਚ ਦਮਦਮੀ ਟਕਸਾਲ, ਨਿਹੰਗ ਸਿੰਘ, ਕਾਰ ਸੇਵਾ ਵਾਲੇ, ਸੇਵਾ ਪੰਥੀ, ਨਾਨਕਸਰ, ਰਾੜਾ ਸਾਹਿਬ, ਇਹ ਸਾਰੇ ਸਿੱਖੀ ਦੇ ਸਕੂਲ ਨੇ। ਸੋ ਮੈਂ ਬੇਨਤੀ ਤਾਂ ਕਰ ਰਿਹਾ ਵੀ ਕਈ ਵਾਰ ਕਹਿ ਦਿੱਤਾ ਜਾਂਦਾ ਵੀ ਸੰਪਰਦਾਵਾਂ ਦੀ ਕੀ ਲੋੜ ਹੈ। ਸੰਪਰਦਾਵਾਂ ਦੀ ਇਹੀ ਦੇਣ ਹੈ। ਪਰ ਇਹ ਵੀ ਕਈ ਵਾਰ ਕੁਤਰਕ ਸਾਧਿਆ ਜਾਂਦਾ ਵੀ ਸੰਪਰਦਾਵਾਂ ਨਾਲ ਨਾ ਜੁੜੋ, ਗੁਰੂ ਗ੍ਰੰਥ ਸਾਹਿਬ ਨਾਲ ਜੁੜੋ। ਸਾਡਾ ਸਿੱਖੀ ਦਾ ਇਹ ਸਿਧਾਂਤ ਹੈ ਵੀ ਸਾਡਾ ਇਸ਼ਟ ਗੁਰੂ ਗ੍ਰੰਥ ਸਾਹਿਬ ਹੈ। ਮੈਂ ਖੁਦ ਕਹਿਣਾ ਵੀ ਉਸ ਸੰਸਥਾ ਨਾਲ ਨਾ ਜੁੜੋ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਕੋਈ ਦੇਹਧਾਰੀ ਗੁਰੂ ਬਣ ਕੇ ਬੈਠਾ ਹੈ। ਤੇ ਜਿਹੜੀ ਸੰਪਰਦਾਏ ਨਾਨਕ ਨਾਮ ਲੇਵਾ ਹੈ, ਗੁਰੂ ਦੀ ਸਿੱਖੀ ਨੂੰ ਪ੍ਰਫੁੱਲਤ ਰੱਖਦੀ ਹੈ, ਹਰਿਆ ਭਰਿਆ ਰੱਖਦੀ ਹੈ, ਉਹਨਾਂ ਦੀ ਸ਼ਾਨ ਵਿੱਚ ਤੇ ਮਹਾਰਾਜ ਕਹਿੰਦੇ ਨੇ, ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਦੇਣ। ਉਹਨਾਂ ਸੰਤਾਂ ਦੀ ਕਦਮ ਬੋਸੀ ਕਰ ਜਿਹੜੇ ਗੁਰੂ ਨਾਲ ਜੋੜਨ, ਤੇ ਜਿਹੜਾ ਗੁਰੂ ਨਾਲ ਜੁੜ ਗਿਆ ਉਹਨੂੰ ਖੁਦਾ ਪ੍ਰਾਪਤ ਹੈ, ਉਹਦਾ ਜੀਵਨ ਸਫਲਾ ਹੈ। ਸੋ
ਮੈਂ ਅੱਗੇ ਵਿਚਾਰ ਨੂੰ ਵਧਾਉਂਦਾ ਹਾਂ। ਗੁਰਮੁਖਾਂ ਨਾਲ ਬਚਨ ਹੋਇਆ ਸੀ, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਗਾਉਣੀ ਹੈ। ਇਹ 3 ਦੀਵਾਨਾਂ ਵਿੱਚ ਆਪਾਂ ਯਤਨ ਕਰਾਂਗੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਗੁਰੂ ਜੋਤ ਬਾਰੇ ਫੁਰਮਾਨ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਜੋ ਜੋਤ ਸਰੂਪ ਹੈ, ਹਰ ਜ਼ਰੇ ਵਿੱਚ ਸਮਾਇਆ ਪਰਮਾਤਮਾ ਹੈ। ਜਿੰਨੇ ਕਦਮ ਉਠਾ ਰਹੇ ਹੋ, ਜਿੰਨੇ ਨੇਤਰ ਇੱਥੇ ਦੁਨੀਆ ਨੂੰ ਤੱਕ ਰਹੇ ਨੇ, ਇਹ ਜਿਹੜੀ ਜੋਤ ਹੈ ਜਿਹਦੇ ਬਲ ਤੇ ਆਪਾਂ ਇਹ ਕਰਤੱਵ ਕਰਦੇ ਹਾਂ, ਉਹ ਪਰਮੇਸ਼ਵਰ ਗੁਰੂ ਨਾਨਕ ਅਖਵਾਇਆ ਦੁਨੀਆ ਤੇ ਉਹ ਪ੍ਰਗਟ ਹੋਇਆ। that pervading Lord, the embodiment of light, he himself is called Guru Nanak। ਚੋਲਾ ਬਦਲਿਆ, ਗੁਰੂ ਅੰਗਦ ਬਣ ਗਏ, ਗੁਰੂ ਅਮਰਦਾਸ ਬਣ ਗਏ, ਗੁਰੂ ਰਾਮਦਾਸ, ਗੁਰੂ ਅਰਜਨ ਬਣ ਗਏ। ਜੋਤ ਉਹੀ ਰਹੀ, ਚੋਲੇ ਬਦਲਦੇ ਗਏ। ਜੋਤ 오ਹਾ ਜੁਗਤ ਸਾਏ ਸਹਿਕਾਇਆ, ਫੇਰ ਪਲਟੀਐ। ਚੁਲੈ ਸੋ ਛਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹਟੀਐ। ਕਹਿੰਦੇ ਜਿਹੜਾ ਚੌਰ ਛਤਰ ਤੇ ਤਖਤ ਗੁਰੂ ਨਾਨਕ ਸਾਹਿਬ ਕੋਲ ਸੀ, ਗੁਰੂ ਅੰਗਦ ਕੋਲ ਆ ਗਿਆ। ਇਉਂ ਉਹੀ ਤਖਤ ਗੁਰੂ ਹਰਗੋਬਿੰਦ ਸਾਹਿਬ ਕੋਲ ਆਇਆ। ਭਾਈ ਨੰਦ ਲਾਲ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਾਨ ਵਿੱਚ ਬਚਨ ਕਹੇ ਨੇ, ਸਲਤਨਤੇ ਸ਼ਸ਼ਮਸ਼ ਜ਼ਲਵਹ ਅਰਾਏ, ਇਜ਼ਦੀ ਸ਼ਵਾਰੇਕ ਵਾ ਇੰਤਸ਼ਾਰ ਅਫਜ਼ਾਏ, ਕੁਦਸੀ ਬੁਆਰੇਕ। ਇੱਥੇ ਲਫ਼ਜ਼ ਵਰਤਿਆ ਹੈ ਸ਼ਸ਼ਮਸ਼ੇ, ਦੋਵਾਂ ਸ਼ਬਦਾਂ ਤੋਂ ਬਣਿਆ ਹੈ, ਸ਼ਸ਼ਮ ਤੇ ਅਸ਼। ਸ਼ਸ਼ਮ ਗਿਣਤੀ ਹੈ, ਫਾਰਸੀ ਵਿੱਚ 6 ਨੂੰ ਕਹਿੰਦੇ ਨੇ। ਜਿਵੇਂ 1 ਨੂੰ ਯਕ ਕਹਿ ਦਿੰਦੇ ਨੇ, 10 ਨੂੰ ਦਹ ਕਹਿ ਦਿੰਦੇ ਨੇ, ਪਰਸ਼ੀਅਨ ਦੀ ਕਾਊਂਟਿੰਗ ਹੈ। ਭਾਈ ਨੰਦ ਲਾਲ ਕਹਿੰਦੇ ਨੇ, ਇਹ ਜਿਹੜਾ ਗੁਰੂ ਨਾਨਕ ਦੇ ਤਖਤ ਦਾ 6ਵਾਂ ਵਾਰਸ ਗੁਰੂ ਹਰਗੋਬਿੰਦ ਸਾਹਿਬ ਹੈ, ਇਹਦੇ ਦਿਦਾਰੇ ਪ੍ਰਕਾਸ਼ ਦੇ ਦਿਦਾਰੇ ਨੇ। ਇਹ ਪ੍ਰਮਾਤਮਾ ਦੇ ਦਿਦਾਰੇ ਕਰਵਾਉਣ ਵਾਲਾ ਹੈ, ਇਹ ਪ੍ਰਮਾਤਮਾ ਦਾ ਸਰੂਪ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ। ਜਿਹੜਾ ਰੱਬ ਦਿਖਦਾ ਨਹੀਂ, ਗੁਰੂ ਦਿਖਾ ਦਿੰਦਾ ਹੈ। ਗੁਰੂ ਆਪ ਹੀ ਪਰਮਾਤਮਾ ਦਾ ਸਰੂਪ ਹੈ। ਔਰ ਭਾਈ ਨੰਦ ਲਾਲ ਅੱਗੇ ਕਹਿੰਦੇ ਨੇ, ਇੰਤਸ਼ਾਰ ਭਾਵ ਬਖੇਰਨਾ। ਐ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਬਿਜਲੀ ਅਸਮਾਨ ਵਿੱਚ ਬਿਖਰਦੀ ਹੈ, ਇਉਂ ਆਪਣੇ ਪਿਆਰਿਆਂ ਦੀਆਂ ਝੋਲੀਆਂ ਵਿੱਚ ਦਾਤਾਂ ਬਖੇਰਦੇ ਹੋ, ਝੋਲੀਆਂ ਭਰਨ ਵਾਲੇ ਹੋ। ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ, ਗੁਰ ਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ। ਗੁਰ ਤੀਰਥ ਹੈ। ਤੀਰਥਾਂ ਤੇ ਲੋਕ ਕਿਉਂ ਜਾਂਦੇ ਨੇ? ਮਨ ਦੀ ਮੁਰਾਦ ਪੂਰੀ ਹੋਵੇ। ਗੁਰੂ ਮਨ ਦੀ ਮੁਰਾਦ ਪੂਰੀ ਕਰਨ ਵਾਲੇ ਨੇ। ਪਾਰਜਾਤ ਰੁੱਖ ਦੀ ਬਾਤ ਹੈ। ਪਾਰਜਾਤ ਰੁੱਖ ਸਨਾਤਨ ਮਤ ਇਉਂ ਸਮਝਦੀ ਹੈ ਵੀ ਜੋ ਮੰਗੋ ਉਹ ਬਖਸ਼ਦਾ ਹੈ, ਉਹੀ ਫਲ ਦੇ ਦਿੰਦਾ ਹੈ। ਕਹਿੰਦੇ ਸਿੱਖਾ ਗੁਰੂ ਹੀ ਪਾਰਜਾਤ ਹੈ, ਗੁਰੂ ਹੀ ਤੀਰਥ ਹੈ, ਗੁਰੂ ਹਰ ਮਨ ਇਛਿਤ ਫਲ ਬਖਸ਼ਣ ਵਾਲਾ ਹੈ। ਗੁਰੂ ਇਜ਼ ਦਾ ਵਿਸ਼ ਫੁਲਫਿਲਿੰਗ ਟਰੀ। ਇਹ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਰੁੱਖ ਵੀ ਗੁਰੂ ਆਪ ਹੀ ਹੈ। ਨਾਮ ਬਖਸ਼ ਕੇ ਪਾਰ ਉਤਾਰਾ ਕਰਨ ਵਾਲਾ ਵੀ ਗੁਰੂ ਆਪ ਹੀ ਹੈ। ਔਰ ਇਹ 10 ਗੁਰੂਆਂ ਵਿੱਚ ਇੱਕੋ ਹੀ ਜੋਤ ਹੈ, ਕਦੇ ਅੰਤਰਾ ਨਹੀਂ ਸਮਝਣਾ ਚਾਹੀਦਾ। ਜੋਤ ਵਿਗਾਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਸਾਫ਼ ਕਿਹਾ, ਹਮੂ ਰਾਮਦਾਸੋ ਹਮੂ ਅਰਜਨਸਤ
ਹਮੂ ਹਰ ਗੋਬਿੰਦ ਆਕਰਮੋ ਅਹਸਨਸਤ। ਕਹਿੰਦੇ ਮੈਂ ਹੀ ਗੁਰੂ ਨਾਨਕ, ਮੈਂ ਹੀ ਗੁਰੂ ਰਾਮਦਾਸ, ਮੈਂ ਹੀ ਗੁਰੂ ਅਰਜਨ ਤੇ ਮੈਂ ਹੀ ਗੁਰੂ ਹਰਗੋਬਿੰਦ ਬਣਿਆ ਹਾਂ। ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕਸਤ, ਹਮਾ ਸ਼ਬਦਿਉ ਜ਼ਹਰੂ ਮਾਨਕਸਤ। ਮੈਂ ਹੀ ਸ਼ਬਦ ਅਵਤਾਰ ਹਾਂ। ਸੋ ਇਹ ਸਾਰੇ ਮੇਰੇ ਹੀ ਰੂਪ ਨੇ। ਗੁਰੂ ਗੋਬਿੰਦ ਸਿੰਘ ਕਹਿੰਦੇ ਬੇਅੰਤ ਮਹਿਮਾ ਹੈ। ਬਾਣੀ ਦਾ ਫੁਰਮਾਨ ਹੈ, ਗੁਰ ਕੀ ਮਹਿਮਾ ਕਿਆ ਕਹਾ, ਗੁਰ ਬਵੇਕ ਸਤ ਸਰ ਉਵਾਦ, ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ। ਗੁਰੂ ਪਰਮੇਸ਼ਵਰ ਹੈ ਔਰ ਜੁਗਾਂ ਜੁਗਾਂ ਵਿੱਚ ਉਹ ਸਰੂਪ ਵੀ ਧਾਰਦਾ ਹੈ। ਮਾਤਾ ਗੰਗਾ ਜੀ ਗੁਰੂ ਅਰਜਨ ਸਾਹਿਬ ਦੇ ਸਨਮੁਖ ਹੱਥ ਜੋੜ ਕੇ ਬੇਨਤੀ ਕਰਦੇ ਨੇ, ਦਾਤਾਰ ਤੁਸੀਂ ਪਰਮੇਸ਼ਵਰ ਦਾ ਸਰੂਪ ਹੋ, ਸਭ ਦੀਆਂ ਝੋਲੀਆਂ ਭਰਦੇ ਹੋ। ਜਿਵੇਂ ਭੱਟਾਂ ਨੇ ਕਿਹਾ ਨਾ, ਧਰਨ ਗਗਨ ਨਵ ਖੰਡ ਮਹਿ, ਜੋਤ ਸਵਾਰੂਪੀ ਰਹਿਓ ਪਰ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਸਾਹਿਬ ਪ੍ਰਤੱਖ ਹਰ ਨੇ, ਰੱਬ ਦੀ ਮੂਰਤ ਨੇ। ਮਾਤਾ ਜੀ ਦੇ ਬੋਲ ਸਨ ਜਿਹੜੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ, ਬ੍ਰਿਜ ਭਾਸ਼ਾ ਦਾ ਮਹਾਨ ਗ੍ਰੰਥ ਹੈ। ਕਵੀ ਸੰਤੋਖ ਸਿੰਘ ਹੋਣਾ ਲਿਖੇ ਨੇ, ਸਿੱਖਨ ਹਜ਼ਾਰਨ ਕੀ ਕਾਮਨਾ ਕੋ ਕਰੋ ਪੂਰ, ਵਿਤ ਸੁਖ ਆਦਿਕ ਸਖਲ ਸੁਖ ਦਾਏ ਕੋ, ਆਪ ਸਮਰੱਥ ਨਾਥ ਸਭੈ ਬਿਦ ਹਾਥ ਬਿਖੈ, ਕਿਰਪਾ ਸਾਥ ਕਹੋ ਸੁੰਦਰ ਸੋ ਨੰਦ ਕੋ। ਮਹਾਰਾਜ ਤੁਸੀਂ ਆਪ ਨਾਥ ਹੋ, ਅਕਾਲ ਪੁਰਖ ਦਾ ਸਰੂਪ ਹੋ, ਹਜ਼ਾਰਾਂ ਹੀ ਸਿੱਖਾਂ ਦੀ ਕਾਮਨਾ ਪੂਰੀ ਕਰਦੇ ਹੋ। ਆਪਣੇ ਘਰ ਵਿੱਚ ਬੱਚਾ ਨਹੀਂ ਹੈ ਤੋ ਜਿਹੜੇ ਸ਼ਰੀਕ ਨੇ ਨਾ ਆਪਣੇ ਬਾਬਾ ਪਿਰਥੀ ਚੰਦ ਤੇ ਬੀਬੀ ਕਰਮੋ, ਉਹ ਰੋਜ਼ ਮਿਹਣੇ ਮਾਰਦੇ ਨੇ ਵੀ ਗੁਰੂ ਅਰਜਨ ਦੀ ਮੌਤ ਤੋਂ ਬਾਅਦ ਮਿਹਰਬਾਨ ਤਖਤ ਦਾ ਵਾਰਸ ਬਣੇਗਾ, ਇਹਨਾਂ ਉਂਤਰੇ ਚਲੇ ਜਾਣਾ ਦੁਨੀਆ ਤੋਂ। ਤੁਹਾਡੇ ਤੇ ਸੁੱਖ ਦੁੱਖ ਦਾ ਅਸਰ ਨਹੀਂ ਹੈ, ਪਰ ਮੈਂ ਮਾਂ ਹਾਂ, ਮੈਨੂੰ ਇਹ ਬੋਲ ਤੀਰਾਂ ਨਾਲੋਂ ਵੱਧ ਕੇ ਚੁਭਦੇ ਨੇ, ਤੇ ਤੁਸੀਂ ਸਭ ਦੀ ਆਸ ਪੂਰੀ ਕਰਦੇ ਹੋ। ਬਾਣੀ ਚਾਹੁੰਦਾ ਨਾ, ਜਿਤੜੇ ਫਲ ਮਨ ਬਾਂਛੀਆ ਹੈ, ਤਿਤੜੇ ਸਤਿਗੁਰ ਪਾਸ। ਗੁਰੂ ਉਹ ਬਾਗ ਹੈ ਜਿੱਥੋਂ ਹਰ ਫਲ ਮਿਲ ਜਾਂਦਾ ਹੈ, ਹਰ ਦਾਤ ਉਹ ਬਖਸ਼ਣ ਵਾਲਾ ਹੈ। ਮਾਤਾ ਜੀ ਨੇ ਬੇਨਤੀ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਦੇ ਲਈ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਆਖਣ ਲੱਗੇ, ਕਰਮਾਂ ਵਿੱਚ ਪੁੱਤਰ ਹੈ ਨਹੀਂ ਹੈ ਆਪਣੇ। ਹੁਣ ਜੇ ਗੁਰੂ ਅਰਜਨ ਸਾਹਿਬ ਪਰਮਾਤਮਾ ਦਾ ਸਰੂਪ ਨੇ ਤੇ ਜੋ ਗੁਰਾਂ ਦੇ ਨਾਲ ਵਿਆਹੀ ਹੈ ਮਾਈ, ਉਹ ਵੀ ਤੇ ਆਦਿ ਸ਼ਕਤੀ ਹੋਵੇਗੀ ਨਾ। ਤੇ ਵੇਖੋ ਜਵਾਬ ਕੀ ਦਿੱਤਾ। ਮਾਤਾ ਜੀ ਕਹਿੰਦੇ ਵੀ ਤੁਸੀਂ ਨਿਰਗੁਣ ਸਰੂਪ ਵੀ ਹੋ ਤੇ ਸਰਗੁਣ ਵੀ ਹੋ, ਤੇ ਜੇ ਨਿਰਗੁਣ ਰੂਪ ਵਿੱਚ ਪੁੱਤਰ ਨਹੀਂ ਲਿਖਿਆ ਤੇ ਇੱਥੇ ਸਰਗੁਣ ਵਿੱਚ ਕਲਮ ਨਾ ਲਿਖ ਦਿਓ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਚਾਰੇ ਜਾਗੇ ਚਹੁ ਜੁਗੀ, ਪੰਚਾਇਣ ਪ੍ਰਭ ਆਪੇ ਹੋਆ, ਦੂਣੀ ਚੌਣੀ ਕਰਾਮਾਤ, ਸੱਚੇ ਕਾ ਸੱਚਾ ਢੋਆ। ਦੂਣੀ ਚੌਣੀ ਕਰਾਮਾਤ ਦੇ ਮਾਲਕ ਨੇ ਗੁਰੂ ਅਰਜਨ ਸਾਹਿਬ। ਪਹਿਲਾਂ ਚਾਰ ਸਨ, ਗੁਰੂ ਰਾਮਦਾਸ ਤਾਈਂ, ਗੁਰੂ ਨਾਨਕ ਤੋਂ ਲੈ ਕੇ ਹੁਣ ਪੰਚਮ ਕਹਿੰਦੇ ਫਿਰ ਖੁਦਾ ਆਪ ਪ੍ਰਗਟ ਹੁੰਦਾ ਹੈ। ਮਹਾਰਾਜ ਨੇ ਜਿਹੜਾ ਜਵਾਬ ਦਿੱਤਾ ਸੀ ਨਾ, ਉਹ ਸਮਝਣਾ ਪਵੇਗਾ। ਗੁਰੂ ਸਾਹਿਬ ਕਹਿੰਦੇ ਮੈਂ ਆਪਣੀ ਅਜ਼ਮਤ ਨਾਲ, ਕਰਾਮਾਤ ਨਾਲ ਹਰ ਇੱਕ ਦੇ ਕਰਮਗਤ ਨੂੰ ਬਦਲ ਸਕਦਾ ਹਾਂ, ਪਰ ਮੈਂ ਘਰ ਵਿੱਚ ਅਜ਼ਮਤ ਨਹੀਂ ਵਰਤ ਸਕਦਾ। ਉਹਦਾ ਕਾਰਨ ਹੈ
ਗੁਰੂ ਦੁੱਖ ਤੋਂ, ਸੁੱਖ ਤੋਂ, ਰੋਗ ਤੋਂ, ਸੋਗ ਤੋਂ, ਆਸਾ ਤੋਂ, ਮਨਸਾ ਤੋਂ ਰਹਿਤ ਹੁੰਦਾ ਹੈ। ਇੱਛਾ ਰਹਿਤ, ਰੱਜਿਆ ਹੋਇਆ। ਤੇ ਜੇ ਕਰਮਾਂ ਵਿੱਚ ਨਿਰਗੁਣ ਜੋਤ ਨੇ ਫਰਜ਼ੰਦ ਨਹੀਂ ਲਿਖਿਆ, ਮੈਂ ਸਰਗੁਣ ਚੋਲੇ ਵਿੱਚ ਪੁੱਤਰ ਦਾ ਵਾਕ ਕੱਢਦਾ ਹਾਂ, ਤੋ ਲੋਕਾਈ ਆਖੇਗੀ ਇਹ ਤੇ ਪੁੱਤਰ ਮੋਹ ਦਾ ਬੱਝਾ ਹੈ। ਇਹ ਰੱਬ ਦਾ ਰੂਪ ਕਿੱਥੇ ਹੈ? ਰੱਬ ਤੇ ਮੋਹ ਤੋਂ ਮੁਕਤ ਹੁੰਦਾ ਹੈ, ਉਹ ਤੇ ਦੁੱਖ ਸੁੱਖ ਰੋਗ ਸੋਗ ਤੋਂ ਮੁਕਤ ਹੁੰਦਾ ਹੈ। ਇਹ ਮੈਂ ਅਜ਼ਮਤ ਨਹੀਂ ਕਰਨੀ ਘਰ ਦੇ ਵਿੱਚ। ਮੇਰਾ ਤੇ ਸੁਭਾਅ ਹੈ ਤਿਸ ਕਾ ਭਾਣਾ ਲਾਗੈ ਮੀਠਾ, ਅਕਾਲ ਪੁਰਖ ਦੇ ਹੁਕਮ ਵਿੱਚ। ਮਾਤਾ ਜੀ ਕੁਝ ਗੰਭੀਰ ਹੋਏ ਤੇ ਬੇਨਤੀ ਕੀਤੀ ਕੋਈ ਰਸਤਾ, ਤੇ ਗੁਰੂ ਅਰਜਨ ਸਾਹਿਬ ਆਖਣ ਲੱਗੇ ਫਿਰ ਇੱਕ ਰਸਤਾ ਹੈ। ਜਿਹੜੀ ਗੰਢ ਮੈਂ ਬੰਨ ਦਵਾਂ ਨਾ, ਉਹ ਮੇਰਾ ਪਿਆਰਾ ਸੰਤ ਖੋਲ ਸਕਦਾ ਹੈ। ਜਿਵੇਂ ਮਾਪੇ ਬੱਚਿਆਂ ਦੀ ਜਿੱਦ ਅੱਗੇ ਝੁਕ ਜਾਂਦੇ ਨੇ, ਤੇ ਜਿਹੜੀ ਗੰਢ ਕੋਈ ਸਾਧੂ ਬੰਨ ਦਵੇ ਉਹ ਮੈਂ ਨਹੀਂ ਖੋਲ ਸਕਦਾ। ਵੇਖੋ, ਗੁਰੂ ਦੀ ਜਿਹੜੀ ਹਸਤੀ ਹੈ, ਸੁੱਖ ਦੁੱਖ ਜਿਹੇ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਭਗਵਾਨ ਐਵੇਂ ਥੋੜੀ ਕਹਿ ਦਿੱਤਾ ਜਾਂਦਾ ਕਿਸੇ ਨੂੰ। ਜਿਹੜਾ ਸੁੱਖ ਦੁੱਖ ਤੋਂ, ਆਸਾ ਮਨਸਾ ਤੋਂ ਰਹਿਤ ਹੈ, ਉਹਨੂੰ ਕਿਹਾ ਜਾਂਦਾ, ਉਹ ਨੇ ਗੁਰੂ ਅਰਜਨ ਸਾਹਿਬ। ਕਹਿੰਦੇ ਕੋਈ ਮਹਾਂਪੁਰਸ਼, ਕੋਈ ਮਹਾਤਮਾ ਅਰਦਾਸ ਕਰੇ ਤੇ ਖੇਡ ਚੱਲਦੀ ਹੈ। ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹੈ, ਏਕ ਸਮੈ ਮੋਕੋ ਗਹਿ ਬਾਂਧੈ, ਤਉ ਫੁਨ ਮੋਹ ਪੈ ਜਵਾਬ ਨਾ ਹੋਏ। ਕਹਿੰਦੇ ਜੇ ਮੈਂ ਬਚਨ ਕਰਾਂ, ਬਚਨ ਅਟਲ ਹੈ, ਪਰ ਮੇਰਾ ਪਿਆਰਾ ਭਗਤ ਬੇਨਤੀ ਕਰੇ ਤੇ ਮੈਂ ਬਚਨ ਬਦਲ ਦਿੰਦਾ ਹੈ। ਪਰ ਜੇ ਸਾਧੂ ਬਚਨ ਕਰੇ ਤੇ ਮੈਂ ਉਹ ਨਹੀਂ ਟਾਲਦਾ। ਬਾਬਾ ਬੁੱਢਾ ਜੀ ਬੀੜ ਵਿੱਚ ਰਹਿੰਦੇ ਨੇ। ਇਹ ਉਹੀ ਬੀੜ ਹੈ, ਜ਼ਮੀਨ ਹੈ, ਖੇਤ ਨੇ, ਜਿਹੜੇ ਅਕਬਰ ਬਾਦਸ਼ਾਹ ਨੇ ਪਟਾ ਲਿਖ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਰੱਖੇ ਸਨ, ਗੋਇੰਦਵਾਲ ਦੀ ਧਰਤੀ ਤੇ। ਤੇ ਜਦੋਂ ਲੰਗਰ ਵਿੱਚ ਪ੍ਰਸ਼ਾਦਾ ਛਕ ਲਿਆ ਅਕਬਰ ਨੇ, ਤੇ ਗੁਰੂ ਸਾਹਿਬ ਨੂੰ ਕਹਿੰਦਾ, ਜੀ ਇਹ ਤੇ ਬੜਾ ਖਰਚਾ ਹੈ ਰਸਤ ਦਾ, ਆ ਮੈਂ ਜਗੀਰ ਦੇ ਚੱਲਿਆ, ਤੁਹਾਨੂੰ ਮੁਸ਼ਕਿਲ ਨਹੀਂ ਆਵੇਗੀ। ਤੇ ਗੁਰੂ ਸਾਹਿਬ ਕਹਿੰਦੇ, ਜੇ ਜਗੀਰ ਰੱਖ ਲਈ ਤੇ ਕੱਲ ਨੂੰ ਤੂੰ ਆਖੇਗਾ ਇਹ ਲੰਗਰ ਵੀ ਅਕਬਰ ਦਾ ਹੀ ਵੱਜਣਾ ਚਾਹੀਦਾ, ਇਹ ਗੁਰੂ ਦਾ ਲੰਗਰ ਤੇ ਰਿਹਾ ਨਾ। ਕਹਿੰਦਾ ਨਹੀਂ, ਇਹ ਅਕਬਰ ਦਾ ਲੰਗਰ ਨਹੀਂ ਵੱਜੇਗਾ, ਲੰਗਰ ਗੁਰੂ ਦਾ ਹੀ ਹੈ। ਜਿਵੇਂ ਹੋਰਾਂ ਤੋਂ ਦਸਵੰਧ ਲੈਂਦੇ ਹੋ, ਮੇਰਾ ਵੀ ਦਸਵੰਧ ਹੀ ਸਮਝੋ, ਮੈਂ ਨਾਮ ਨਹੀਂ ਲਿਖਾਉਣ ਆਇਆ ਲੰਗਰ ਤੇ। ਇਹ ਜਿਹੜੀ ਜ਼ਮੀਨ ਸੀ, ਇਹ ਜਿਹੜਾ ਪਟਾ ਸੀ ਪਿੰਡਾਂ ਦਾ, ਇਹ ਸਾਰੀ ਜ਼ਮੀਨ ਬਾਬਾ ਬੁੱਢਾ ਜੀ ਸਾਂਭਦੇ ਸੀ, ਤੇ ਉਹ ਜਗ੍ਹਾ ਦਾ ਨਾਮ ਬੀੜ ਬਾਬਾ ਬੁੱਢਾ ਪੈ ਗਿਆ, ਜਿੱਥੇ ਟਿਕੇ ਸਨ। ਕਹਿੰਦੇ ਬਾਬਾ ਬੁੱਢਾ ਜੀ ਕੋਲ ਜਾਓ, ਜੇ ਉਹ ਅਰਦਾਸ ਬੇਨਤੀ ਕਰਨ, ਪਰਿਵਾਰ ਦੀ ਮੈਂ ਮੋੜ ਸਕਦਾ, ਬਾਬਾ ਬੁੱਢਾ ਦੀ ਨਹੀਂ ਮੋੜ ਸਕਦਾ। ਗੁਰੂ ਨਾਨਕ ਤੋਂ ਲੈ ਕੇ ਅੱਜ 5ਵੇਂ ਜਾਮੇ ਤਾਈਂ ਉਹ ਸਾਡੀ ਸੇਵਾ ਵਿੱਚ ਨੇ। ਦੇਖੋ ਸੇਵਾ ਕੀ ਕਰ ਰਹੇ ਨੇ, ਰਾਖਾ ਰਹੇ ਘਾਸ ਕੋ, ਨਾ ਗਮਨੇ ਆਵਾਸ ਕੋ। ਕਹਿੰਦੇ ਘਰ ਨਹੀਂ ਜਾਂਦਾ, ਸਾਡੀ ਖੇਤਾਂ ਦੀ ਰਾਖੀ ਕਰਦਾ ਹੈ, ਘਾਹ ਦੀ ਰਾਖੀ ਕਰਦਾ ਹੈ। ਦਰਸ ਕਰ ਤਾਸ ਕੋ ਸ਼ਕਤ ਬਰ ਦੇਨ ਕੀ, ਸਾਹਿਬ ਸੋ ਬੁੱਢਾ ਨਾਮ ਮਹਾ ਗੁਣ ਬ੍ਰਿੰਦ ਧਾਮ, ਗਿਆਨ ਅਵਿਰਾਮ ਸ਼ੇਰ ਮੋਹ ਸਮ ਏਮ ਕੀ। ਗਿਆਨ ਵਿੱਚ ਸ਼ੇਰ ਹੈ, ਗਿਆਨ ਦਾ ਉਹ ਸਮੁੰਦਰ ਹੈ। ਜਾਓ ਜਾ ਕੇ ਉਸ ਮਹਾਂਪੁਰਸ਼ ਨੂੰ ਬੇਨਤੀ ਕਰੋ। ਮਾਤਾ ਜੀ ਅੰਮ੍ਰਿਤ ਵੇਲੇ ਉੱਠੇ, ਨਾਲ ਸੇਵਾਦਾਰ ਮਾਈਆਂ ਨੇ, ਹੱਥੀਂ ਅੰਮ੍ਰਿਤ ਵੇਲੇ ਮਿੱਸੀਆਂ ਰੋਟੀਆਂ ਪਕਾ ਲਈਆਂ। ਲੱਸੀ ਲੈ ਲਈ, ਗੰਢੇ ਲੈ ਲਏ,
अचार लै लिया, प्याज लै लिया। माई ये गल समझदी है भी जेड़े जमींदार हुंदे ने ना, रंधावे परिवार विचों सन बाबा बुढ़ा जी, अज भी परिवार दे लोग ने उन्हां दे। ये दही लस्सी, घ्यो, अचार, प्रशादा, गंढा, मिस्सा खाना पसंद करते ने। हुण बाबा बुढ़ा जी नूं किन्ने जानना सी जे गुरु साहब वडियाई ना दिंदे ते। वडियाई कराउणी है ना अपने प्यारे दी। बाणी चाहुंदा ना, सतगुर कै भाणै जो चलै तिस वडियाई वड्डी होए। जेड़ा गुरु दे हुक्म विच चलदा ओदी वडियाई वड्डी हो जांदी है। He obtains the greatest glory। इन्नी वडियाई है जिहदे तुल होर कोई वडियाई नहीं है। माता जी बीड़ पहुंचे ते बाबा बुढ़ा जी ने जदों जगत माता नूं वेखिया ते उठे, माता जी दे सीस तो प्रशादा पानी ला लिया, माता जी नूं बिठाया, पास बैठ गए। सेवादार सेविकावां पास बैठियां ने, प्रशादा छकण लगे ने ते माता जी नूं आखण लगे, इतिहास दे बोल ने, सुत को शुद्धत जनन जब जानत, सब तज कर तस को तृपताए, तिम हे माता मोहे तृपतायस, शुद्धत त्रिखत लख कै सहसाए। मां जदों बच्चे नूं भुख लगी हुंदी है ना, ते ऐसा मोह हुंदा है अपनी मां नाल बच्चे दा भी ओ रोटी ना भी मंगे ते मां बुझ लैंदी है मेरा बच्चा भुखा है ते भोजन दा प्रबंध कर दिंदी है। ये मतरेई मां नहीं कर सकदी, ये मासियां चाचियां ताइयां नहीं कर सकदियां, ये मां ही करदी है। 5-7 न्याणे होण ना ते मां नूं पता हुंदा भी वड्डे नूं इस वेले भुख लगदी है, छोटे नूं इस वेले, विचालड़े नूं इस वेले, इहनूं इस वेले ते ओहनूं इस वेले। बच्चा रोंदा ही है ते मां दुध दे दिंदी है। हरे बोलना किथे आउंदा है 2-4 महीनों दे बालक नूं। खीर आधार बारिक जब होता, बिन खीरे रहन ना जाई। मां नूं पता है बच्चे दा आसरा दुध है। मंगना नहीं जानता पर मां समझदी है, क्योंकि आंदरां दा मोह है। जैसे भूखे भोजन मात, भुखे नूं मां दा सहारा है, भोजन दा सहारा है। मां मैनू सेवा करदियां लगी सी भुख, ते तू जानी जान मेरे लिए प्रशादा लैके आ गई है। प्रशादा छक रहे ने ते माता जी नूं कहिंदे भी तुसीं इत्थे आए हो, हुक्म करो। ते माता जी ने उत्थे ये बचन कीता, गुरप्रताप सूरज ग्रंथ विच दर्ज है। घर दे विच लाल नहीं है बाबा बुढ़ा जी, तुसी जानदे हो। गुरु अर्जन साहिब नूं बेनती कीती, वो कहिंदे कर्मां विच नहीं है। जे तुसी अरदास करो ते किरपा कर सकदे ने। गुरु नानक साहिब, गुरु अर्जन साहिब निमरता विच बाबा बुढ़ा जी आखण लगे, बुढ़े शरोन सुन कै, जवाब दीन भन कै, तनुज कहा मोहे टिग, काही गुर धाम को, राखा रहूं बीड़ का, शगत मोह मैं कहाँ आस, सेवक सदा के करे काम अविराम को। मैं हाँ घाई तुहाडे घर दा सेवादार, राखी करदा हाँ खेतां दी। मेरे कोल ये ताकत अजमत किथे है भी बचन करा ते फरजंद पैदा हो जावे। मैं ते सेवादार हाँ। माता जी तुहाडे सिर दे साईं दातार ने, कुल कायनात दीआं झोलियां भरन वाले ने। आप गुरु पूरन है, पूरत मनोरथान जाचत, हजारों दास लेहे तिन नाम को। जेड़ा आके मंगे ओदियां भी झोलियां भरदे, ते जेड़ा वलैत बैठा मंगे नाम जपे ओदियां भी झोलियां भर दिंदे गुरु अर्जन।
ਉਹ ਤੇ ਏਡੇ ਦਾਤਾਰ ਨੇ। ਤੇ ਮੇਰੇ ਪਾਸ ਤੁਸੀਂ ਇਹ ਬੇਨਤੀ ਕਿਉਂ ਕਰਦੇ ਹੋ? ਉਹਨਾਂ ਕੋਲ ਬੇਨਤੀ ਕਰੋ। ਮਾਤਾ ਜੀ ਕਹਿੰਦੇ ਬੇਨਤੀ ਕੀਤੀ ਸੀ। ਉਹ ਕਹਿੰਦੇ ਵੀ ਮੈਂ ਅਜ਼ਮਤ ਘਰ ਵਿੱਚ ਨਹੀਂ ਦਿਖਾ ਸਕਦਾ, ਬਾਬਾ ਬੁੱਢਾ ਜੀ ਅਰਦਾਸ ਕਰਨ ਤੇ ਮੈਂ ਕਰਮਗਤ ਵੀ ਬਦਲ ਸਕਦਾ ਹਾਂ। ਬਾਬਾ ਬੁੱਢਾ ਜੀ ਲੰਗਰ ਛਕੀ ਗਏ। ਲੰਗਰ ਛਕਦਿਆਂ ਛਕਦਿਆਂ ਇਤਿਹਾਸ ਦੇ ਬੋਲ ਨੇ, ਕਹਿੰਦੇ ਏਦਾਂ ਪੱਟ ਤੇ ਗੰਢਾ ਰੱਖ ਲਿਆ ਤੇ ਗੰਢੇ ਨੂੰ ਭੰਨਣ ਲੱਗੇ। ਗਲੂਏ ਮੁਬਾਰਕ ਚੋਂ ਬੋਲੇ ਨੇ, ਬੋਲਿਓ ਵੱਡ ਉਤਸ਼ਾਹ ਬਢਾਵਤ, ਧਨ ਮਾਤ ਆਵਨ ਪਾ ਤੋਹੇ, ਰਣ ਪ੍ਰੇ ਰਣ ਕਮਸਾਨ ਮਚਾਵਹਿ, ਦੁਸ਼ਟ ਖਪਾਵਹਿ ਕਰਕੇ ਕਰੋਹੇ, ਜਥਾ ਸੋ ਕੰਦਕ ਮੈਂ ਅਬ ਫੋਰੇ, ਤਿਮ ਮੁਗਲਨ ਕੇ ਫੋਰੇ ਸੀਸ, ਜਿਮ ਖੁਦਿਆਰਥ ਮੁਝ ਤ੍ਰਿਪਤਾਇਸ, ਤਿਮ ਤੂੰ ਤ੍ਰਿਪਤਹਿ ਅਸ ਸੋ ਥੀਸ। ਬ੍ਰਿਜ ਭਾਸ਼ਾ ਦੇ ਬੋਲ ਨੇ, ਮਾਤਾ ਤੂੰ ਮੈਨੂੰ ਤ੍ਰਿਪਤਾ ਦਿੱਤਾ ਹੈ, ਭੁੱਖੇ ਭੋਜਨ ਕਰਾਇਆ ਹੈ। ਤੇ ਬੱਦਲ ਵਾਂਗੂ ਗਰਜਦੇ ਹੋਏ ਆਖਣ ਲੱਗੇ, ਇੱਕ ਹੱਥ ਨਾਲ ਮੁੱਕਾ ਮਾਰ ਕੇ ਗੰਢਾ ਭੰਨਿਆ, ਉਹ ਗੰਢੀ ਉੱਡ ਕੇ ਉਹ ਗਈ। ਕਹਿੰਦੇ ਐਸਾ ਸੂਰਬੀਰ ਫਰਜ਼ੰਦ ਘਰ ਵਿੱਚ ਪੈਦਾ ਹੋਵੇਗਾ, ਏਦਾਂ ਮੁਗਲਾਂ ਦੇ ਸਿਰ ਭੰਨ ਭੰਨ ਕੇ ਸੁੱਟਿਆ ਕਰੇਗਾ। ਮੈਂ ਗੁਰੂ ਨਾਨਕ ਗੁਰੂ ਅਰਜਨ ਅੱਗੇ ਅਰਦਾਸ ਕਰਦਾ ਹਾਂ, ਤੇਰੇ ਘਰ ਵਿੱਚ ਐਸਾ ਸੂਰਬੀਰ ਫਰਜ਼ੰਦ ਪੈਦਾ ਹੋਵੇ। ਖਜ਼ਾਨੇ ਦਾ ਮਾਲਕ ਇੱਕੋ ਹੀ ਹੈ, ਗੁਰੂ ਅਰਜਨ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦਿੰਦਿਆਂ ਟੋਟ ਨਾ ਆਵਈ ਗੰਤ ਭਰੇ ਭੰਡਾਰ। ਤੇ ਬਾਬਾ ਬੁੱਢਾ ਜੀ ਵਰਗੇ ਮਹਾਂਪੁਰਸ਼ਾਂ ਲਈ ਬਾਣੀ ਵਿੱਚ ਇਹ ਗੱਲ ਆਉਂਦੀ ਹੈ, ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ। ਜੋ ਮਹਾਂਪੁਰਸ਼ ਗਲੂਏ ਚੋਂ ਬੋਲ ਕੱਢ ਦੇਣ, ਗੁਰੂ ਪੂਰੇ ਕਰ ਦਿੰਦਾ ਹੈ। ਗੁਰੂ ਆਪਣੇ ਪਿਆਰਿਆਂ ਨਾਲ ਪ੍ਰੇਮ ਕਰਦਾ ਹੈ। Whatever the Lord's devotees utter with their mouths shall come to pass। ਜੋ ਵੀ ਮਹਾਂਪੁਰਸ਼ ਗਲੂਏ ਚੋਂ ਆਖੇਗਾ ਉਹ ਪਾਰ ਲੰਘੇਗਾ। ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਨ ਦੇ, ਇਹ ਦੁਨੀਆ 'ਚ ਪ੍ਰਗਟ ਹੈ ਸਾਧੂਆਂ ਦੀ ਕਰਾਮਾਤ। ਇਹ ਕੋਵੀ ਲੋਕ ਨੇ ਅੱਗੇ ਲਿਖਦੇ ਨੇ, ਸੁਖ ਨਾ ਪਾਇਨ ਮੁਗਧ ਨਰ, ਸੰਤ ਨਾਲ ਖਹੰਦੇ। ਤੇ ਜਿਹੜੇ ਸਾਧੂਆਂ ਨਾਲ ਈਰਖਾ ਕਰਦੇ ਨੇ, ਉਹਨਾਂ ਦੇ ਜੀਵਨ ਵਿੱਚ ਚਿੰਤਾਵਾਂ, ਡਿਪਰੈਸ਼ਨ, ਰੋਗ ਸੋਗ ਨੇ, ਉਹ ਸੁੱਖ ਨਹੀਂ ਪਾ ਸਕਦੇ। ਇਹ ਬਾਣੀ ਦਾ ਫੈਸਲਾ ਹੈ। ਬਾਬਾ ਬੁੱਢਾ ਜੀ ਨੇ ਬਚਨ ਕਰ ਦਿੱਤਾ। ਗੁਰੂ ਨਾਨਕ ਗੁਰੂ ਅਰਜਨ ਸਾਹਿਬ ਅੱਗੇ ਅਰਦਾਸ ਕੀਤੀ। ਸਮਾਂ ਆਇਆ ਸੰਮਤ 1652 ਬਿਕਰਮੀ ਹਾੜਵਦੀ ਏਕਮ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪਿੰਡ ਵਡਾਲੀ ਹੁੰਦਾ ਹੈ। ਬਾਣੀ ਦਾ ਫੁਰਮਾਨ ਹੈ, ਗੁਰੂ ਜੋਤ ਬਾਬਤ ਭਾਈ ਗੁਰਦਾਸ ਕਹਿੰਦੇ ਨੇ, ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਕਹਿੰਦੇ ਅੱਗੇ ਪੰਜ ਪੀਰ ਸਨ ਬਾਂਹ ਫੜਨ ਵਾਲੇ, ਗੁਰੂ ਨਾਨਕ ਤੋਂ ਗੁਰੂ ਅਰਜਨ। ਇਹ ਛੇਵਾਂ ਪੀਰ ਪੈਦਾ ਹੋ ਗਿਆ ਹੈ। ਇਹਦੀ ਕਰਾਮਾਤ ਅਤੋਲਵੀਂ ਹੈ, ਤੋਲੀ ਨਹੀਂ ਜਾ ਸਕਦੀ। ਕੰਪੈਰੇਟਿਵਲੀ ਨਹੀਂ ਕਿਹਾ ਜਾ ਸਕਦਾ ਵੀ ਗੁਰੂ ਹਰਗੋਬਿੰਦ ਸਾਹਿਬ ਵਿੱਚ ਇੰਨੀ ਕੁ ਤਾਕਤ ਹੈ। ਕੋਈ ਗਿਣਤੀ ਮਿਣਤੀ ਦਾ ਪੈਮਾਨਾ ਨਹੀਂ ਹੈ ਇੱਥੇ। ਇਹ ਕੌਣ ਆਇਆ ਹੈ? ਪੁੱਛੋ ਭਾਈ ਗੁਰਦਾਸ ਨੂੰ। ਕਹਿੰਦੇ ਦੀਨ ਤੇ ਦੁਨੀਆ ਦਾ ਪਾਤਸ਼ਾਹ, ਧਰਮ ਦਾ ਪਾਤਸ਼ਾਹ ਤੇ ਲੋਕ ਪਰਲੋਕ ਦਾ ਪਾਤਸ਼ਾਹ ਅਕਾਲ ਪੁਰਖ ਪ੍ਰਗਟ ਹੋਇਆ ਹੈ, ਔਰ ਅਡੋਲ ਹਸਤੀ ਹੈ। ਕਿਸੇ ਤੋਂ ਝੁਕਣ ਵਾਲਾ ਨਹੀਂ ਹੈ, ਕਿਸੇ ਅੱਗੇ ਡੋਲਣ ਵਾਲਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ, ਸਤਿਗੁਰ ਵਿੱਚ ਆਪ ਰੱਖੇ ਉਨ ਕਰ ਪ੍ਰਗਟ ਆਖ ਸੁਣਾਇਆ,
ਸਤਿਗੁਰ ਵਿੱਚ ਅਕਾਲ ਪੁਰਖ ਆਪ ਪ੍ਰਗਟ ਹੋਇਆ ਹੈ। ਗੁਰੂ ਅਰਜਨ ਸਾਹਿਬ ਨੇ ਉੱਥੇ ਇੱਕ ਸ਼ਬਦ ਉਚਾਰਨ ਕੀਤਾ ਸੀ। ਵੈਸੇ ਵੇਖੋ, ਸੰਪਰਦਾਵਾਂ 'ਚ ਇੱਕ ਸਿਧਾਂਤ ਇਹ ਚੱਲਦਾ ਹੈ ਵੀ ਹਰ ਸ਼ਬਦ ਦੀ ਉਥਾਨਕਾ ਦੱਸੀ ਜਾਂਦੀ ਹੈ। ਅੱਜ ਕੱਲ ਜਿਹੜੇ ਪ੍ਰਚਾਰਕ ਨੇ ਉਥਾਨਕਾ ਨਹੀਂ ਸੁਣਾਉਂਦੇ, ਉਹ ਕਹਿੰਦੇ ਲੋੜ ਨਹੀਂ ਹੈ। ਹੁਣ ਬਾਣੀ ਜਿਹੜੀ ਹੈ ਐਵੇਂ ਤੇ ਪ੍ਰਗਟ ਹੋਈ ਨਹੀਂ ਗਈ, ਕਿਸੇ ਕਾਰਨ ਹੀ ਹੋਈ ਹੈ ਨਾ, ਤੇ ਕਾਰਨ ਨੂੰ ਉਥਾਨਕਾ ਕਹਿੰਦੇ ਨੇ ਵੀ ਕਿਉਂ ਪ੍ਰਗਟ ਹੋਈ ਹੈ। ਹੁਣ ਕਿਧਰੇ ਨਾ ਕਿਧਰੇ ਮਹਾਰਾਜ ਉਪਦੇਸ਼ ਤੇ ਕਰਦੇ ਹੀ ਨੇ, ਉੱਥੇ ਕੋਈ ਕਾਰਨ ਬਣਦਾ ਹੈ ਵੀ ਕਿਉਂ ਉਪਦੇਸ਼ ਕੀਤਾ। ਹਾਂ, ਉਪਦੇਸ਼ ਚਾਹੇ ਇੱਕ ਇਨਸਾਨ ਲਈ ਹੈ, ਪਰ ਉਹ ਸਮੁੱਚੀ ਕਾਇਨਾਤ ਲਈ ਬਾਣੀ ਹੁੰਦੀ ਹੈ, ਭਲਾ ਕਰਨ ਲਈ। ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਗਟ ਹੋਣ ਤੇ ਸ਼ਬਦ ਉਚਾਰਿਆ, ਆਸਾ ਮਹੱਲਾ ਪੰਜਵਾਂ, ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਦਰੈ ਬਾਹੇ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਬਿਗਾਸ, ਜੰਮਿਆ ਪੂਤ ਭਗਤ ਗੋਵਿੰਦ ਕਾ, ਪ੍ਰਗਟਿਆ ਸਭ ਮਹਿ ਲਿਖਿਆ ਤੁਰ ਕਾ, ਦਸੀ ਵਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾ ਆਨੰਦ ਥੀਆ। ਗੁਰਬਾਣੀ ਸਖੀ ਆਨੰਦ ਗਾਵੇ, ਸਾਚੇ ਸਾਹਿਬ ਕੈ ਮਨ ਭਾਵੈ। ਜਦੋਂ ਫਰਜ਼ੰਦ ਸ਼੍ਰੀ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਗੀਤ ਗਾਏ ਮਾਈਆਂ ਨੇ। ਕਿਹੜੇ ਗੀਤ ਗਾਏ? ਗੁਰਬਾਣੀ ਸਖੀ ਆਨੰਦ ਗਾਵੇ। ਗੁਰਬਾਣੀ ਗਾਈ, ਰੱਬ ਦੀ ਵਡਿਆਈ ਦੇ ਗੀਤ, ਗੰਦੇ ਮੰਦੇ ਗੀਤ ਨਹੀਂ ਗਾਏ, ਕੁੱਕੜ ਸ਼ੁੱਕੜ ਨਹੀਂ ਵੱਡੇ। ਇੱਕ ਜਾਨ ਪੈਦਾ ਹੋਈ ਹੈ ਤੇ 100 ਜਾਨ ਨਹੀਂ ਲਈ। ਯਾਦ ਰੱਖਿਓ ਇਸ ਗੱਲ ਨੂੰ। ਸਾਨੂੰ ਗੰਦੇ ਮੰਦੇ ਗੀਤਾਂ ਨੂੰ ਗਾਉਣ ਦੀ ਤੇ ਸੁਣਨ ਦੀ ਮਨਾਹੀ ਹੈ। ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਸਾਕਤ ਬੰਦਾ ਭੈੜੇ ਬੋਲ ਲਿਖਦਾ ਹੈ, ਸੁਣ ਕੇ ਵਾਸ਼ਨਾ ਪੈਦਾ ਹੁੰਦੀ ਹੈ, ਮਨ ਡੋਲਦਾ ਹੈ। ਤੂੰ ਮਹਾਰਾਜ ਕਹਿੰਦੇ ਏਦਾਂ ਦੇ ਗੀਤ ਨਾ ਸੁਣਾ, ਜੇ ਸੁਣਾਉਣੇ ਨੇ ਤੇ ਆਪਣੀ ਵਡਿਆਈ ਦੇ ਗੀਤ ਅਕਾਲ ਪੁਰਖ ਤੂੰ ਸੁਣਾ। ਹੁਣ ਇੱਥੇ ਕਿਹੜੇ ਗੀਤ ਗਾਏ ਨੇ? ਗੁਰਬਾਣੀ ਆਨੰਦ ਮੰਗਲ ਵਾਹਿਗੁਰੂ ਦੀ ਉਪਮਾ ਦੇ। ਮਹਾਰਾਜ ਕਹਿੰਦੇ ਗੰਦੇ ਗੀਤ ਰੱਬ ਨੂੰ ਨਹੀਂ ਚੰਗੇ ਲੱਗਦੇ। ਇਹ ਜਿਹੜੇ ਗੀਤ ਨੇ ਨਾ, ਸਾਚੇ ਸਾਹਿਬ ਕੈ ਮਨ ਭਾਵੈ, ਉਹਦੀ ਵਡਿਆਈ ਦੇ ਗੀਤ ਹੀ ਉਹਨੂੰ ਚੰਗੇ ਲੱਗਦੇ ਨੇ। ਕਾਹਦੇ ਲਈ ਗੀਤ ਗਾਉਂਦੇ? ਉਹ ਕਹਿੰਦੇ ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ, ਮਨ ਚਿੰਦਿਆ ਸਤਿਗੁਰ ਦੇਵਾਇਆ, ਭਏ ਅਚਿੰਤ ਏਕ ਲਿਵ ਲਾਇਆ, ਜਿਉ ਬਾਲਕ ਪਿਤਾ ਉਪਰ ਕਰੈ ਬਹੁ ਮਾਣ, ਬੁਲਾਇਆ ਬੋਲੇ ਗੁਰ ਕੈ ਭਾਣ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਕਹਿੰਦੇ ਇਹ ਲੁਕੀ ਛਿਪੀ ਗੱਲ ਨਹੀਂ ਹੈ। ਇਟਸ ਨਾਟ ਅ ਹਿਡਨ ਮੈਟਰ। ਇਹ ਸਾਰਿਆਂ ਦੇ ਅੱਗੇ ਪ੍ਰਗਟ ਹੈ। ਗੁਰੂ ਨਾਨਕ ਹੀ ਝੋਲੀਆਂ ਭਰਨ ਵਾਲਾ ਅਕਾਲ ਪੁਰਖ ਹੈ। ਗੁਰੂ ਅਰਜਨ ਹੀ ਝੋਲੀਆਂ ਭਰਨ ਵਾਲਾ ਹੈ। ਬੀਬੀ ਕਰਮੋਂ ਤੇ ਬਾਬਾ ਪ੍ਰਿਥਵੀ ਚੰਦ ਈਰਖਾ ਵਿੱਚ ਸੜ ਬਲ ਰਹੇ ਨੇ ਵੀ ਇਹ ਨਹੀਂ ਸੀ ਹੋਣਾ ਚਾਹੀਦਾ। ਇਹ ਤੇ ਗੁਰਤਾ ਗੱਦੀ ਦਾ ਵਾਰਸ ਪੈਦਾ ਹੋ ਗਿਆ। ਹੁਣ ਸਾਡੇ ਮਿਹਰਬਾਨ ਨੂੰ ਗੱਦੀ ਨਹੀਂ ਮਿਲੇਗੀ। ਇਹ ਜ਼ਰੂਰੀ ਨਹੀਂ ਹੈ ਵੀ ਕੋਈ ਮਹਾਂਪੁਰਸ਼ਾਂ ਦੇ ਜਾਂ ਗੁਰੂ ਦੇ ਪਰਿਵਾਰ ਚੋਂ ਹੈ, ਡੋਲ ਨਹੀਂ ਸਕਦਾ। ਇੱਥੇ ਤਿਲਕਣਬਾਜ਼ੀ ਬੜੀ ਹੈ। ਸਾਫ਼ ਲਿਖਿਆ ਹੈ ਬਾਣੀ ਵਿੱਚ, ਤ੍ਰਿਵਿਧ ਮਾਇਆ ਰਹੀ ਵਿਆਪ, ਜੋ ਲਪਟਾਨੋ ਤਿਸ ਦੁਖ ਸੰਤਾਪ। ਕਹਿੰਦੇ ਮਾਇਆ ਐਸੀ ਦਲਦਲ ਹੈ, ਹਰੇਕ ਨੂੰ ਖਚਿਤ ਕਰ ਲੈਂਦੀ ਹੈ। ਬਹੁਤ ਵਿਰਲੀਆਂ ਰੂਹਾਂ ਨੇ ਜੋ ਇਹਦੀ ਮਾਰ ਤੋਂ ਬਚਦੀਆਂ ਨੇ। ਮਾਇਆ ਇਕੱਲੇ ਪੈਸੇ ਨੂੰ ਨਹੀਂ ਕਿਹਾ, ਮਾਇਆ ਦਾ ਸਿੱਧਾ ਜਿਹਾ ਰੂਪ ਹੈ ਗੁਰੂ ਅਮਰਦਾਸ ਨੇ ਪ੍ਰਗਟ ਕੀਤਾ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਕੀ ਹੈ? ਕਾਰੋਬਾਰ ਨਹੀਂ ਸੀ ਚੱਲਦਾ ਤੇ ਰੋਜ਼ ਗੁਰਦੁਆਰੇ ਭਾਊ ਆਉਂਦਾ ਸੀ
ਤੇ ਅਰਦਾਸ ਕਰਕੇ ਗਿਆ ਮਹਾਰਾਜ, ਕਾਰੋਬਾਰ ਚੱਲ ਪਵੇ, ਦਸਵੰਧ ਕੱਢਿਆ ਕਰਾਂਗੇ, ਚਰਨ ਪਰਸਦੇ ਰਹਾਂਗੇ। ਹੁਣ ਇੰਨਾ ਬਿਜ਼ੀ ਹੋ ਗਿਆ, ਕਹਿੰਦਾ ਮੈਂ ਦੁਕਾਨ ਥੋੜਾ ਬੰਦ ਕਰਨੀ ਹੁਣ ਗੁਰੂ ਕਰਕੇ। ਕੀ ਜੋਬ ਕਰਦੇ ਹੋ? 8 ਘੰਟੇ 12 ਘੰਟੇ, ਤੇ ਕਿੰਨਾ ਟਾਈਮ ਲੱਗਦਾ ਮੱਥਾ ਟੇਕਣ? ਜਿੰਨੇ ਸਭ ਕੁਝ ਦਿੱਤਾ ਹੈ, ਜਦੋਂ ਜੋਬ ਨਹੀਂ ਸੀ ਉਦੋਂ ਨੱਕ ਕਿੱਥੇ ਰਗੜਿਆ? ਅਸਲ ਦੇ ਵਿੱਚ ਜੋਬ ਗਈ ਲੱਗ, ਮਾਇਆ ਆ ਗਈ ਤੇ ਹੁਣ ਗੁਰੂ ਘਰ ਆਉਣਾ ਛੱਡ ਦਿੱਤਾ। ਇਹ ਜੋਬ ਮਾਇਆ ਬਣ ਗਈ ਹੈ। ਵਿਆਹ ਨਹੀਂ ਸੀ ਹੁੰਦਾ ਮੁੰਡੇ ਦਾ, ਕਹਿੰਦਾ ਕੱਚੇ ਆ ਬਾਬਾ, ਪੱਕੇ ਕਰਾ ਦੇ। ਤੋ ਸੁਣ ਲਈ ਗੁਰੂ ਨਾਨਕ ਸਾਹਿਬ ਨੇ, ਮੁੰਡਾ ਗਿਆ ਵਿਆਹਿਆ, ਤੇ ਹੁਣ ਘਰ ਵਾਲੀ ਕੋਲ ਹੀ ਬੈਠਾ ਰਹਿੰਦਾ ਹੈ, ਗੁਰੂ ਦਾ ਚੇਤਾ ਹੀ ਕੋਈ ਨਹੀਂ। ਇਹ ਗ੍ਰਿਸ਼ਤ ਬਣ ਗਈ ਮਾਇਆ। ਪੈਸੇ ਬੜੇ ਹੋ ਗਏ, ਗਿਣਨੋਂ ਨਹੀਂ ਹਟਦਾ। ਇਹ ਪੈਸਾ ਬਣ ਗਿਆ ਮਾਇਆ। ਤੁਹਾਡੇ ਤੇ ਪ੍ਰਮਾਤਮਾ ਦੇ ਦਰਮਿਆਨ ਜਿਹੜੀ ਵੀ ਕੰਧ ਹੈ ਉਹਨੂੰ ਮਾਇਆ ਆਖਿਆ ਹੈ। ਉਹ ਪਰਿਵਾਰ ਵੀ ਹੋ ਸਕਦਾ। ਕਾਕਾ ਨਹੀਂ ਸੀ ਹੁੰਦਾ ਤੇ ਗੁਰੂ ਘਰ ਆ ਗਏ, ਮਹਾਰਾਜ ਭੁਜੰਗੀ ਬਖਸ਼ੋ, ਤੇ ਉਹਨੇ ਬਖਸ਼ ਦਿੱਤਾ। ਤੇ ਹੁਣ ਨਿਆਣਾ ਹੀ ਚੱਟੀ ਜਾਂਦੇ ਨੇ, ਉੱਥੇ ਮੱਥਾ ਨਹੀਂ ਟੇਕਣ ਆਉਂਦੇ। ਇਹ ਕਾਕਾ ਬਣ ਗਿਆ ਮਾਇਆ ਦਾ ਰੂਪ। ਸੋ ਬਾਣੀ ਇਹ ਸਮਝਾਉਂਦੀ ਹੈ, ਦੇਣ ਵਾਲਾ ਉਹ ਹੈ, ਉਹਨੂੰ ਯਾਦ ਰੱਖਿਆ ਕਰ। ਮੈਂ ਪਹਿਲਾਂ ਵੀ ਇੱਥੇ ਬੇਨਤੀ ਕਰ ਚੁੱਕਾ ਹਾਂ, ਕਿਰਤ ਕਰਦੇ ਹੋ ਤੁਸੀਂ, ਇਹ ਵੈਸੇ ਵੀ ਮਾਣ ਹੈ ਸਿੱਖਾਂ ਤੇ। ਜਿੱਥੇ ਵੀ ਜਾਂਦੇ ਨੇ ਉੱਥੋਂ ਦੀ ਜਨਰੇਸ਼ਨ ਭਾਵੇਂ ਭੁੱਖੀ ਮਰਦੀ ਹੋਵੇ, ਸਿੱਖ ਮੈਲ ਪਾ ਹੀ ਲੈਂਦੇ ਨੇ। ਗੁਰੂ ਨਾਨਕ ਨੇ ਕਿਰਤੀ ਬਣਾਈ। ਪਰ ਇਹਨਾਂ ਦੇਸ਼ਾਂ ਵਿੱਚ ਤੁਸੀਂ ਇੱਕ ਗੱਲ ਦਾ ਖਿਆਲ ਰੱਖਿਆ ਕਰੋ, ਜਦੋਂ ਕਮਾਈ ਕਰਦੇ ਹੋ ਨਾ, ਜੇ ਨਾਮ ਜਪਣਾ ਛੱਡ ਦਿੱਤਾ ਤੇ ਇਹ ਮਾਇਆ ਕੱਲੀ ਨਹੀਂ ਘਰ ਵਿੱਚ ਆਉਂਦੀ, ਇਹਦੀ ਫੌਜ ਹੈ। ਇੱਕ ਵਿਕਾਰ ਨੇ, ਰੋਗ ਨੇ, ਸੋਗ ਨੇ, ਡਿਪਰੈਸ਼ਨ ਹੈ, ਚਿੰਤਾ ਹੈ। ਇੰਨਾ ਪੈਸਾ ਹੈ ਯੂਕੇ ਵਿੱਚ, ਯੂਰਪ ਵਿੱਚ, ਅਮਰੀਕਾ, ਕੈਨੇਡਾ ਵਿੱਚ। ਇੰਡੀਆ ਕੁਝ ਵੀ ਨਹੀਂ ਇਹਦੇ ਮੁਕਾਬਲੇ। ਕੁੱਲੀਆਂ 'ਚ ਰਹਿੰਦੇ, ਇੱਥੇ ਤੁਸੀਂ ਮਹਿਲਾਂ 'ਚ ਰਹਿੰਦੇ ਹੋ। 70% ਲੋਕ ਇੱਥੇ ਡਿਪਰੈਸ਼ਨ ਨਾਲ ਮਰਦੇ ਨੇ। ਉੱਥੇ ਝੁੱਗੀਆਂ 'ਚ ਰਹਿਣ ਵਾਲੇ ਵੀ ਹੱਸਦੇ ਨੇ। ਭਾਰਤ ਵਿੱਚ ਇਹ ਗੱਲ ਤਾਂ ਹੈ, ਆਪਾਂ ਪਿੰਡਾਂ 'ਚ ਹੀ ਰਹਿੰਦੇ ਸਾਰੇ। ਉੱਥੇ ਕੋਈ ਵੇਖਿਆ ਉੱਥੇ ਡਿਪਰੈਸ਼ਨ ਨਾਲ ਮਰ ਜਾਵੇ, ਕੋਈ ਡਿਪਰੈਸ਼ਨ ਦੀ ਦਵਾਈ ਖਾਂਦਾ? ਫਰਕ ਕੀ ਪੈ ਗਿਆ? ਇੱਥੇ ਅਸੀਂ ਗੁਰੂ ਘਰ ਦਸਵੰਧ ਦੇਣਾ ਛੱਡ ਦਿੱਤਾ, ਮਾਇਆ ਸਫਲੀ ਨਹੀਂ ਹੋ ਰਹੀ। ਉੱਥੇ ਦਸਵੰਧ ਦਿੰਦੇ ਨੇ ਲੋਕ, ਕੋਈ ਕਣਕ ਦੀ ਬੋਰੀ ਦੇ ਦਿੰਦਾ, ਕੋਈ ਝੋਨੇ ਦੀ ਬੋਰੀ। ਗੁਰਦੁਆਰੇ ਲੰਗਰ ਵਿੱਚ ਦਸਵੰਧ ਪਾਉਂਦੇ ਨੇ। ਇਹ ਕਦੇ ਕਰਕੇ ਵੇਖ ਲਿਓ। ਇਹ ਸਿੱਖੀ ਦਾ ਸਿਧਾਂਤ ਹੈ, ਔਰ ਵਾਰ-ਵਾਰ ਦੱਸਣਾ ਪੈਂਦਾ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਨੇ ਹੁਕਮ ਕੀਤਾ ਵੀ ਕਿਰਤ ਕਰ ਤੇ ਵੰਡ ਛਕ। ਉਹ ਕਿਹੜੇ ਖੂਹ ਦਾ ਪਾਣੀ ਸੋਭਨੀਕ ਹੁੰਦਾ, ਜਿਹਦੇ ਚੋਂ ਡੋਲੂ ਭਰ ਭਰ ਵੰਡੀ ਜਾਈਏ, ਤੇ ਜਿਹੜੇ ਖੂਹ ਦਾ ਪਾਣੀ ਵਰਤਣਾ ਛੱਡ ਦਈਏ, ਮੱਛਰ ਪੈ ਜਾਂਦਾ, ਮੁਸ਼ਕ ਮਾਰ ਜਾਂਦਾ ਹੁੰਦਾ। ਸੋ ਬਹੁਤਾ ਤੇ ਗੁਰਾਂ ਨੇ ਤੈਨੂੰ ਕਿਹਾ ਨਹੀਂ ਹੈ, 10ਵਾਂ ਹਿੱਸਾ ਹੀ ਕਿਹਾ, 9 ਹਿੱਸੇ ਤੇਰੇ ਹੀ ਨੇ। ਸੋ ਇਹ ਜ਼ਰੂਰ ਯਤਨ ਕਰਿਆ ਕਰੋ, ਗਰੀਬ ਗੁਰਬੇ ਦੀ ਮਦਦ ਕਰੋ, ਗੁਰੂ ਕੀ ਗੋਲਕ ਵਿੱਚ ਦਸਵੰਧ ਪਾਇਆ ਕਰੋ, ਫਿਰ ਡਿਪਰੈਸ਼ਨ ਵਰਗਾ ਰੋਗ ਨਹੀਂ ਆਉਂਦਾ। ਮੈਨੂੰ ਨਹੀਂ ਲੱਗਦਾ ਵੀ ਜੇ ਇੱਕ ਘਰ ਡਿਪਰੈਸ਼ਨ ਹੈ ਤੇ ਗਵਾਂਢੀ ਬਚਿਆ ਹੋਵੇਗਾ। ਕਤਾਰਾਂ ਦੀਆਂ ਕਤਾਰਾਂ ਹੀ ਡਿਪਰੈਸਡ ਨੇ। ਇਹ ਕਿਉਂ ਹੋ ਗਿਆ? ਪੈਸਾ ਵੀ ਸੀ। ਸਿੱਧਾ ਜਿਹਾ ਇਹਦਾ ਮਤਲਬ ਹੈ, ਪੈਸੇ ਨੇ ਸਹੂਲਤਾਂ ਦੇ ਦਿੱਤੀਆਂ, ਸੁੱਖ ਕਰਮਾਂ ਦਾ ਹੈ। ਮਟੀਰੀਅਲਿਸਟਿਕ ਵਰਲਡ ਦੇ ਵਿੱਚ ਮਟੀਰੀਅਲ ਬਾਏ ਕਰ ਸਕਦੇ ਹੋ ਤੁਸੀਂ। ਕਿੰਨੇ ਹਾਲੀਵੁੱਡ ਸਟਾਰ ਨੇ, ਕਿੰਨੇ ਰਹੀਸ ਬੰਦੇ ਨੇ, ਡਿਪਰੈਸਡ ਹੋ ਕੇ ਗੋਲੀਆਂ ਖਾ ਕੇ ਆਤਮ ਹੱਤਿਆ ਕਰਦੇ ਨੇ। ਮਾਈਕਲ ਜੈਕਸਨ ਵਰਗੇ ਹੋਰ ਦੂਜੇ ਤੀਜੇ। ਬੜੀ ਲੰਮੀ ਕਤਾਰ ਹੈ, ਤੁਸੀਂ ਪੜ੍ਹਦੇ ਰਹਿੰਦੇ ਹੋ, ਨਿਊਜ਼ ਵੇਖਦੇ ਹੋ। ਹੁਣ ਕਿਰਤ ਤੇ ਉਹ ਵੀ ਕਰਦੇ ਨੇ। ਕਿਰਤ ਕਦੇ ਵੀ ਧਰਮ ਨਹੀਂ ਹੁੰਦੀ। ਉਹ ਕਿਰਤ ਧਰਮ ਬਣਦੀ ਹੈ ਜਿਹਦੇ ਵਿੱਚ ਨਾਮ ਜਪਿਆ ਜਾਵੇ। ਸੋ ਵਾਹਿਗੁਰੂ ਵਾਹਿਗੁਰੂ ਹੀ ਕਰ ਲਿਆ ਕਰੋ, ਬਾਣੀ ਨਹੀਂ ਵੀ ਪੜ੍ਹਨੀ ਆਉਂਦੀ ਤੇ। ਸਿੱਖ ਕਿਸੇ ਦਾ ਹੱਕ ਨਹੀਂ ਖਾਂਦਾ। ਹੱਕ ਖਾਵੇਗਾ ਤੇ ਡਿਪਰੈਸਡ ਹੋਵੇਗਾ, ਮੁਰਦਾਰ ਖਾਵੇਗਾ ਤੇ ਡਿਪਰੈਸਡ ਹੋਵੇਗਾ, ਦਸਵੰਧ ਨਹੀਂ ਕੱਢੇਗਾ ਤੇ ਡਿਪਰੈਸਡ ਹੋਵੇਗਾ ਹੀ। ਮਹਾਰਾਜ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਇਹਨੂੰ ਮਾਇਆ ਕਹਿੰਦੇ ਨੇ, ਜੋ ਪਰਮਾਤਮਾ ਦੀ ਤੇਰੇ ਤੋਂ ਦੂਰੀ ਹੈ। ਜੋ ਵੀ ਕਾਰਨ ਹੈ ਤੈਨੂੰ ਜ਼ਿਆਦਾ ਪਤਾ, ਮੈਨੂੰ ਆਪਣਾ ਪਤਾ, ਮੈਂ ਕਿਉਂ ਦੂਰ ਹਾਂ, ਤੁਹਾਨੂੰ ਆਪਦਾ ਪਤਾ ਹੋਵੇਗਾ। ਸੋ ਇਹ ਸਾਰੇ ਰੂਪ ਮਾਇਆ ਦੇ ਨੇ। ਇਹ ਕੰਧ ਮਾਇਆ ਹੈ।
किरत करदे हो जतन करया करो, वाहगुरू वाहगुरू कर लिया करो। रोटी खांदे हो वाहगुरू कह के बुरकी मूँह च पाया करो। कईयां नूं ते हत्थ ही नहीं दिते भी बुरकी मूँह च पा लैण। सो धर्म दा फर्ज है रब नूं याद करन दी बात पाउंदे रहना। खैर माया सब नूं जकड़ विच लै आउंदी है ते गुरु परिवार दा बाबा ਪ੍ਰਿਥੀ ਚੰਦ भी जकड़िया है, बीबी करमों भी जकड़ी है। ਹੁਣ ਇਹਨਾਂ ਨੇ ਕੀ ਕੀਤਾ ਵੀ ਇੱਕ ਦਾਈ ਨੂੰ ਸੱਦਿਆ ਹੈ ਅੰਮ੍ਰਿਤਸਰੋਂ ਵੀ ਤੂੰ ਗੁਰੂ ਕੀ ਵਡਾਲੀ ਜਾ, ਛਾਤੀਆਂ ਨੂੰ ਜ਼ਹਿਰ ਲਾ। ਉਹ ਬਾਲਕ ਸ਼੍ਰੀ ਹਰਗੋਬਿੰਦ ਨੂੰ ਦੁੱਧ ਪਿਆ ਤੇ ਉਹਦਾ ਅੰਤ ਹੋ ਜਾਵੇ ਤੇ ਤੈਨੂੰ ਮੂੰਹੋਂ ਮੰਗਿਆ ਨਾਮ। ਇਤਿਹਾਸ ਦੇ ਬੋਲ ਨੇ ਇਹ ਛਤ ਲੇਹੋ ਰਜਤਪਨ ਅਬਹੂ करो काज को बिल्म बिसार बालक मृत्यु हमरो हित लख चित पुन नह कमी परह भंडार। आ 100 रजतपण लै जा। रजतपण सोने जां चांदी दे सिक्कियां नूं कहिंदे सन। कारखिक भी करंसी नूं कहिंदे सन उदों। आ रुपया हुण आपां कहण लग पए। सो 100 रजतपण दे दिता ते ਇਹ ਜੇ ਕਾਰਜ ਵਿੱਚ ਤੂੰ ਮਾਈ ਸਫਲੀ ਹੋ ਗਈ ਤੇ ਇੰਨਾ ਧਨ ਦਵਾਂਗੇ ਸਾਰੀ ਉਮਰ ਨਹੀਂ ਮੁੱਕੇਗਾ। ਵੇਖ ਲੋ ਗੁਰੂ ਅਰਜਨ ਸਾਹਿਬ ਦਾ ਭਾਈ ਹੈ ਬਾਬਾ ਪ੍ਰਿਥੀ ਚੰਦ। ਮਾਇਆ ਕੀ ਕੁਝ ਕਰਵਾਉਂਦੀ ਹੈ। ਚਲੋ ਦਾਈ ਲਾਲਚ ਵਿੱਚ ਆ ਗਈ। ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦਰੀ ਰਸ ਲਪਟਾਦੇ। ਕਿਸੇ ਨਾ ਕਿਸੇ ਤਰ੍ਹਾਂ ਦਾ ਰਸ ਜ਼ਰੂਰ ਹੈ। ਕਿਸੇ ਨੂੰ ਕਾਮ ਹੈ, ਕਿਸੇ ਨੂੰ ਕ੍ਰੋਧ ਹੈ, ਕਿਸੇ ਨੂੰ ਲੋਭ ਹੈ, ਕਿਸੇ ਨੂੰ ਹੰਕਾਰ ਹੈ ਤੇ ਕੋਈ ਵਿਰਲਾ ਬਚਿਆ ਹੈ। ਔਰ ਲੋਭੀ ਬਾਰੇ ਤੇ ਬਾਣੀ ਨੇ ਇੱਥੋਂ ਤੱਕ ਕਹਿ ਦਿੱਤਾ, ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਓ ਸਭੈ ਬਿਗਾਰੇ। ਮੇਰੇ ਠਾਕੁਰ ਕੈ ਦੀਵਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ। ਲੋਭੀ ਨੂੰ ਹਲਕਾ ਕੁੱਤਾ ਕਿਹਾ ਜੇ ਬਾਣੀ ਨੇ। ਕਿਉਂ ਹਲਕਾ ਕੁੱਤਾ ਕਿਹਾ ਇਹ ਵੀ ਸੁਣ ਲਓ। ਲੋਭੀ ਬੰਦਾ ਪੈਸੇ ਦੇ ਲਈ ਆਪਣੇ ਪਿਓ ਦਾ ਵੀ ਗਲ ਘੁੱਟ ਸਕਦਾ ਹੈ, ਆਪਣੀ ਨਹੁੰ ਨੂੰ ਵੀ ਅੱਗ ਲਾ ਸਕਦਾ ਹੈ, ਆਪਣੀ ਧੀ ਦਾ ਵੀ ਅੰਤ ਕਰ ਸਕਦਾ ਹੈ। ਤੇ ਜਿਹੜਾ ਕੁੱਤਾ ਹੋਵੇ ਨਾ ਹਲਕਾ, ਉਹਨੂੰ ਮਾਲਕ ਹੀ ਗੋਲੀ ਮਾਰ ਦਿੰਦਾ। ਉਹਨੂੰ ਪਤਾ ਇਹਨੇ ਮੈਨੂੰ ਵੱਢ ਲੈਣਾ ਹੈ। ਤਾਂ ਲੋਭੀ ਕਿਹਾ ਹੈ ਮਹਾਰਾਜ ਨੇ ਵੀ ਕੁੱਤੇ ਵਰਗਾ, ਉਹ ਵੀ ਹਲਕੇ ਵਰਗਾ। ਆਮ ਕੁੱਤਾ ਤੇ ਵਫਾਦਾਰ ਹੈ, ਜਿੱਦਣ ਹਲਕ ਜਾਂਦਾ ਫਿਰ ਮਾਲਕਾਂ ਨੂੰ ਵੱਢਦਾ ਹੈ। ਸੋ ਲੋਭ ਦਾ ਰੋਗ ਏਦਾਂ ਦਾ ਫਿਰ ਸਮਝ ਹੀ ਨਹੀਂ ਪੈਂਦੀ ਵੀ ਆਪਣਾ ਬਗਾਨਾ ਕੌਣ ਹੈ। ਬਸ ਚੱਲਣ ਦਿਓ, ਦਾਤਰੀ ਫੇਰੀ ਜਾਣੀ ਹੈ। ਇਹ ਮਨ ਰੂਪੀ ਲੋਭੀ ਕੁੱਤਾ ਮਰਦਾ ਕਾਹਦੇ ਨਾਲ ਹੈ? ਕਹਿੰਦੇ ਗੁਰੂ ਦੇ ਗਿਆਨ ਦੇ ਖੜਗ ਨਾਲ, ਬਾਣੀ ਦੇ ਨਾਲ, ਨਾਮ ਅਭਿਆਸ ਦੇ ਨਾਲ। ਇਹ ਲੋਭ ਦੀ ਅੱਗ ਨਾਮ ਦੇ ਛਿੱਟਿਆਂ ਨਾਲ ਬੁਝਦੀ ਹੈ। ਬਾਣੀ ਪੜ੍ਹਿਆ ਇੱਕ ਗੱਲ ਸਮਝ ਪੈ ਜਾਂਦੀ ਹੈ, ਜੋ ਮੇਰਾ ਹੈ ਉਹ ਮੇਥੋਂ ਕੋਈ ਖੋ ਨਹੀਂ ਸਕਦਾ, ਜੋ ਕਿਸੇ ਦਾ ਹੈ ਉਹ ਮੇਰੇ ਕਰਮਾਂ ਵਿੱਚ ਨਹੀਂ ਹੈ ਤੇ ਮੈਨੂੰ ਖੋਣਾ ਵੀ ਨਹੀਂ ਚਾਹੀਦਾ। ਸੰਤੋਖ, ਜਿੰਨੀ ਕਰਤੂਤ ਹੈ ਓਨਾ ਹੀ ਮਿਲੇਗਾ। ਕਰਮ ਨਾਲੋਂ ਵੱਧ ਕੇ ਕਿਸੇ ਨੂੰ ਕੁਝ ਨਹੀਂ ਮਿਲਦਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਮਾਰਨ ਦੇ ਲਈ ਦਾਈ ਨੇ ਛਾਤੀਆਂ ਨੂੰ ਜ਼ਹਿਰ ਲਾ ਲਿਆ। ਗੁਰੂ ਕੇ ਵਡਾਲੀ ਚਲੀ ਗਈ। ਛੋਟੀ ਉਮਰ ਸੀ, ਮਹਾਰਾਜ ਹਜੇ ਰਿੜਦੇ ਫਿਰਦੇ ਸਨ ਵਿਹੜੇ ਵਿੱਚ। ਤੇ ਮਾਤਾ ਗੰਗਾ ਜੀ ਸੰਗਤਾਂ ਨੂੰ ਕਾਰ ਵਿਵਹਾਰ ਵਿੱਚ, ਸੇਵਾ ਵਿੱਚ ਲਾ ਰਹੇ ਨੇ। ਤੋ ਜਿਵੇਂ ਹੋਰ ਮਾਈਆਂ ਦਰਸ਼ਨਾਂ ਨੂੰ ਆਉਂਦੀਆਂ ਚੁੱਕ ਲੈਂਦੀਆਂ, ਖਿਡਾਉਂਦੀਆਂ ਬਾਲਕ ਨੂੰ, ਤੇ ਇਹ ਦਾਈ ਨੇ ਵੀ ਚੁੱਕ ਲਿਆ। ਕਿਨਾਰਾ ਕਰਕੇ ਸੰਗਤ ਤੋਂ ਛਾਤੀ ਨਾਲ ਲਾ ਕੇ ਦੁੱਧ ਪਿਆਉਣ ਲੱਗੀ ਹੈ ਤੇ ਉੱਪਰ ਬਸਤਰ ਕਰ ਲਿਆ ਪਰਦੇ ਲਈ। ਇਤਿਹਾਸ ਦੇ ਬੋਲ ਨੇ, ਗਾੜੋ ਜਬ ਕੀਨ ਤੋ ਪਿਓਦਰ ਕੋ ਲੀਨ ਮੁਖ ਹਾਥ ਕੋ ਪਸਾਰ ਗਹੀ ਛੋਰੀ ਤਬ ਗੂਤ ਨਾ ਦੂਸਰੇ ਹਾਥ ਸਾਥ ਗਹਿਓ ਦੂਜੋ ਕੂਚ ਦ੍ਰਿੜ ਕਰ ਖੋਟੀ ਕ੍ਰਿਤ ਹੇਤ ਆਈ ਲਾਗੀ ਲੋਭ ਪੂਤਨਾ। ਸ਼ਾਇਦ ਤੁਸੀਂ ਸਨਾਤਨ ਮਤ ਦੇ
श्री कृष्ण जी की इस साखी तो वाकफ होवो। एक राक्षणी सी पूतना, वो छातियां नूं जहर ला के श्री कृष्ण नूं दुध पियाउण लगी सी। तो श्री कृष्ण ने उहदे साह खिच लए सन, बचपन विच उहदा अंत कीता सी। ते कवि संतोख सिंह कहिंदे दाई नूं भी पूतना ही समझो, जो मारन आई है श्री हरगोबिंद साहिब नूं। हुण कृष्ण अकाल पुरख दे भेजे अवतार ने, ते गुरु हरगोबिंद साहिब आप अकाल पुरख आए ने। आप नारायण कलाधार जग मह परवरियो। कहंदे जदों छाती नाल लाउण लगी ते महाराज छाती नाल मूंह नहीं लाउंदे, जाणी जाणदे। ये साडे निआणिआं नूं ही वड्डे हो के अकल आउंदी है, गुरु नूं ते आगाज तो ही समझ है। गुरु ग्रंथ साहिब कहंदे तैं जन्मत गुरमत ब्रह्म पछाणियो, जन्म तो ही परमेश्वर दा सरूप है तू। जदों उहने धक्के नाल छाती नूं ला लिया ते इतिहास विच जिक्र आउंदा है भी महाराज ने एक हत्थ नाल पिछों ऐ गुत्त फड़ी हुई है ते दुध पी रहे ने। दाई नूं लगदा है भी जहर नाल मर जाणगे। छाती दे नाल बालक नूं लाया है, रंचक मात्र समा लग्या। जहर ने गुरु हरगोबिंद जी दा ते कुछ ना विगाड़िया ते दाई दे सवास खिचे गए, धरती ते तड़पदी हुई डिग पई। ते जदों धरती ते डिगी ना ते खड़का सुनिया, माता जी ने वेख्या, दौड़े आए। तड़फ रही है दाई, बाल श्री हरगोबिंद पास खिड़खड़ा के हस रहे ने, रिड़दे पए ने। गुरु ग्रंथ साहिब नूं पुछो जी, जहर ते सब नूं मारदा है, ये किवें हो सकदा है? गुरु ते असर ना होवे। बाणी विच पता की हुंदा, महाराज ये साफ लिखदे ने, बिख ते अमृत होयो, नाम सतगुर मुख भणियो। गुरु दे नाम दी ऐसी ताकत है, जहर भी अमृत बन जाता है, जां जहर वर्गा जीवन भी बंदे दा अमृतमई बन जाता है। कादे नाल मरी है? पापी मूआ गुर प्रताप। पाप करता माई सी, गुरु दे प्रताप नाल, गुरु दी अजमत नाल मर गई। A sinner died through the power of गुरु। मिट गई है, तड़फदी हुई मर गई है। श्री गुरु ग्रंथ साहिब ते इथों तक कहंदे ने, तुझ ते बाहर किश नहीं भव काटन हारे। है गुरुदेव, तू जो चाहे कर सकता है। भावें मैली भावना ही लैके आई, जे गुरां ने अंत कीता है ते कहंदे ये भी मुक्त हो गई होवेगी, 84 तो नजात मिल गई होवेगी, एमेंसिपेशन मिल गई होवेगी इसनूं। क्यों इदां करदा है? पापियां नूं क्यों तारदा है? कहंदे उहदा सुभाअ ही ऐसा है। कहो नानक सरन दयाल, गुर लेहो मुगद उधारे। पापियां नूं दया करके मूर्खां नूं भी उधार दिंदा है, बख्श दिंदा है। गुरु अर्जन साहिब नूं पता लग्या, आए उदों ये शब्द उचारिया सी, आसा महला पंजवां, गुर पूरे राखिया दे हाथ, प्रगट भया जन का प्रताप, गुरु गुर जपी गुरु गुर ध्याई, जी की अरदास गुरु पह पाई, सरन परे साचे गुरुदेव पूर्ण होई। सेवक सेव जियो पिंड जोबन राखे प्राण, कहो नानक गुर कहो कुर्बान। ये शब्द गुरां ने उचारिया सी। सो ये पूतना वर्गी जेड़ी दाई सी, पाप कर्म करन वाली, इहदा अंत हो गया, ये मिट गई। कदे भी गुरु दे रुतबे नूं कम करके ना समझियो। गुरु दी जिहड़ी अजमत है, कहंदे गुरु गुर जेड़ा भी जपेगा उन्होंने नजात मिलेगी, उहदे रोग सोग जहर वर्गे दुख मिट जाणगे। गुरु गुरु गुर करमन मोर, गुरु बिना मैं नाही होर। गुर की टेक रहो दिन रात, जाकी कोई ना मेटै दात। गुर परमेश्वर एको जान, जो तिस भावै सो परवान। हुंदा वो है जो गुरु नूं पाउंदा है। कई कथाकार साखी इदां भी सुना दिंदे, आखणगे जी उन्हें छातियां नूं जहर लाया
ਇਸ ਤੋਂ ਪਹਿਲਾਂ ਕਿ ਗੁਰਾਂ ਨੂੰ ਪਕੜ ਕੇ ਛਾਤੀ ਨਾਲ ਲਾਉਂਦੀ ਅਖੇ ਉਹਦੇ ਤੇ ਜ਼ਹਿਰ ਦਾ ਅਸਰ ਹੋਇਆ, ਉਹ ਆਪ ਹੀ ਮਰ ਗਈ। ਇਹ ਬੜਾ ਉਹਨਾਂ ਨੂੰ ਔਖਾ ਲੱਗਦਾ ਕਹਿਣਾ ਵੀ ਕਿਤੇ ਇਹ ਨਾ ਤਰਕ ਹੋ ਜਾਵੇ ਵੀ ਗੁਰੂ ਨੇ ਕਰਾਮਾਤ ਵਿਖਾਈ ਹੈ। ਸਾਇੰਸ ਨਹੀਂ ਮੰਨਦੀ ਤੇ ਤੁਸੀਂ ਸਾਇੰਸ ਨੂੰ ਹੀ ਮੰਨੋ, ਜਾ ਕੇ ਲੈਬਾਂ ਵਿੱਚ ਐਕਸਪੈਰੀਮੈਂਟ ਕਰੋ। ਤੁਸੀਂ ਗੁਰੂ ਦੀ ਸਟੇਜ ਤੇ ਕੀ ਕਰਨ ਆਉਂਦੇ ਹੋ? ਇੱਥੇ ਗੱਲ ਹੋਣੀ ਹੈ ਗੁਰੂ ਗ੍ਰੰਥ ਸਾਹਿਬ ਦੀ, ਸਾਇੰਸ ਦੀ ਨਹੀਂ। ਸਾਇੰਸ ਨੂੰ ਘਰ ਰੱਖਿਆ ਕਰੋ। ਇਹ ਧਰਮ ਸਾਇੰਸ ਦਾ ਵਿਸ਼ਾ ਨਹੀਂ ਹੈ। ਸਾਇੰਸ ਕਹਿੰਦੀ ਹੈ ਐਕਸਪੈਰੀਮੈਂਟ ਕਰ ਫਿਰ ਮੰਨਾਂਗੇ। ਧਰਮ ਕਹਿੰਦਾ ਹੈ ਪਹਿਲਾਂ ਮੰਨ ਫਿਰ ਦਰਸ਼ਨ ਦੇਵੇਗਾ। ਜ਼ਮੀਨ ਅਸਮਾਨ ਦਾ ਫਰਕ ਹੈ ਦੋਵਾਂ ਤਰ੍ਹਾਂ ਦਾ, ਤੁਸੀਂ ਇੰਟਰਮਿੰਗਲ ਕਰ ਦਿੰਦੇ ਹੋ। ਸੋ ਇੱਥੇ ਸਾਇੰਸ ਸੂਇੰਸ ਨਾਲ ਕੋਈ ਲੈਣਾ ਦੇਣਾ ਨਹੀਂ ਸਾਡੇ ਧਰਮ ਦਾ। ਸਾਇੰਸ ਵਾਲਿਆਂ ਨੂੰ ਸਾਇੰਸ ਮੁਬਾਰਕ। ਇੱਥੇ ਤੇ ਬਾਣੀ ਕਹਿੰਦੀ ਹੈ ਜੋ ਤਿਸ ਭਾਵੈ ਸੋ ਪ੍ਰਵਾਨ ਗੁਰ ਪਰਮੇਸ਼ਰ ਏਕੋ ਜਾਣ। ਜੋ ਗੁਰੂ ਨੂੰ ਭਾਉਂਦਾ ਹੈ ਦੁਨੀਆ ਤੇ ਹੋਵੇਗਾ ਉਹ, ਹੋਰ ਕੁਝ ਨਹੀਂ ਹੋਵੇਗਾ। ਇਹ ਹੈ ਧਰਮ ਦੀ ਭਾਵਨਾ। ਤੋ ਸਿੱਧੀ ਜੀ ਬਾਤ ਹੈ, ਗੁਰੂ ਦੀ ਕਰਾਮਾਤ ਨਾਲ ਦਾਈ ਦਾ ਅੰਤ ਹੋ ਗਿਆ। ਭਾਈ ਨੰਦ ਲਾਲ ਨੇ ਬੜਾ ਸੁੰਦਰ ਕਿਹਾ, ਕਹਿੰਦੇ ਦੋ ਆਲਮ ਮੁਨਵਰ ਜੇ ਅਲਵਾਰੇ ਊ ਹਮਾ ਤਿਸ਼ਨ ਹਾਏ ਫੈਜ਼ੇ ਦੀਦਾਰੇ ਊ। ਆਏ ਗੁਰੂ ਹਰਗੋਬਿੰਦ ਸਾਹਿਬ, ਤੂੰ ਉਹ ਤਾਕਤ ਹੈ ਜਿਹਦੇ ਨੂਰ ਨਾਲ ਦੋਵੇਂ ਜਹਾਨ ਰੌਸ਼ਨ ਨੇ, ਇਹ ਲੋਕ ਵੀ ਤੇ ਪਰਲੋਕ ਵੀ। ਇਹ ਹੈ ਭਾਈ ਨੰਦ ਲਾਲ ਦੀ ਨਜ਼ਰ। ਤੇ ਭਾਈ ਨੰਦ ਲਾਲ ਕੋਈ ਐਵੇਂ ਇੱਧਰ ਤੁਰਿਆ ਜਾਂਦਾ ਕਵੀ ਨਹੀਂ ਬਣ ਗਿਆ। ਗੁਰੂ ਗੋਬਿੰਦ ਸਿੰਘ ਦੇ ਸਨਮੁਖ 52 ਕਵੀਆਂ ਚੋਂ ਸਿਰਮੌਰ ਸੀ ਤੇ ਗੁਰੂ ਗੋਬਿੰਦ ਸਿੰਘ ਦੀ ਜੋ ਕਰਾਮਾਤ ਵੇਖਦਾ ਸੀ ਉਹ ਲਿਖਦਾ ਸੀ। ਕਹਿੰਦਾ ਹੈ ਨਾ ਬਰਦੋ ਆਲਮ ਸ਼ਾਹਾ ਗੁਰੂ ਗੋਬਿੰਦ ਸਿੰਘ, ਦੋਹਾਂ ਆਲਮਾਂ ਦਾ ਸ਼ਾਹ ਹੈ ਗੁਰੂ ਗੋਬਿੰਦ ਸਿੰਘ। ਇੱਕ ਆ ਆਲਮ ਇਹ ਲੋਕ ਤੇ ਇੱਕ ਪਰਲੋਕ। ਏਦਾਂ ਹੀ ਗੁਰੂ ਹਰਗੋਬਿੰਦ ਸਾਹਿਬ ਬਾਰੇ ਕਹਿੰਦੇ ਨੇ ਤੁਸੀਂ ਦੋਹਾਂ ਆਲਮਾਂ ਦੇ ਮਾਲਕ ਹੋ। ਇੱਕ ਲਫ਼ਜ਼ ਵਰਤਿਆ ਹੈ ਤਿਸ਼ਨ ਹਏ, ਇਹਦਾ ਭਾਵ ਹੁੰਦਾ ਹੈ ਪਿਆਸੇ। ਜਿਹੜਾ ਵੀ ਪਿਆਸਾ ਤੁਹਾਡੇ ਦਰਸ਼ਨਾਂ ਲਈ ਆਉਂਦਾ ਹੈ, ਜਿਵੇਂ ਉਹਨੂੰ ਕੂਆਂ ਮਿਲੇ ਤੇ ਪਿਆਸ ਮਿਟਦੀ ਹੈ, ਤੁਸੀਂ ਪਦਾਰਥਾਂ ਨਾਲ ਅਗਲੇ ਨੂੰ ਰੱਜ ਬਖਸ਼ ਦਿੰਦੇ ਹੋ। ਐਸੀਆਂ ਕਰਾਮਾਤਾਂ ਦੇ ਮਾਲਕ ਹੋ, ਐਸੀ ਪਹੁੰਚ ਦੇ ਤੁਸੀਂ ਗੁਰਦੇਵ ਮਾਲਕ ਹੋ। ਖੈਰ ਇਹ ਬਾਬਾ ਪ੍ਰਿਥੀ ਚੰਦ ਹੋਣੀ ਫੇਰ ਨਹੀਂ ਟਲੇ। ਸ਼ਰੀਕ ਘੱਟ ਹੀ ਟਲਦੇ ਹੁੰਦੇ ਨੇ, ਆਪਾਂ ਨੂੰ ਪਤਾ ਹੀ ਹੈ। ਬਾਬਾ ਪ੍ਰਿਥੀ ਚੰਦ ਨੇ ਤੇ ਬੀਬੀ ਕਰਮੋ ਨੇ ਹੁਣ ਸਲਾਹ ਕੀਤੀ ਹੈ ਵੀ ਇਹ ਕੰਡਾ ਕੱਢਣਾ ਹੀ ਪੈਣਾ ਹੈ ਗੁਰੂ ਹਰਗੋਬਿੰਦ ਵਾਲਾ, ਨਹੀਂ ਤੇ ਗੱਦੀ ਨਹੀਂ ਮਿਲਣੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਮਨਮੁਖ ਕੁਚੀਲ ਕੁਸ਼ਤ ਬਿਕਰਾਲਾ। ਮਨਮੁਖ ਦਾ ਸੁਭਾਅ ਕੁਚੀਲ ਹੈ, ਕੁਚੀਲ ਮੈਲੇ ਪੁਸ਼ਾਕੇ ਵਾਲਾ। ਪੁਸ਼ਾਕ ਇੱਥੇ ਮਨ ਨੂੰ ਕਿਹਾ, ਮੈਲੇ ਮਨ ਵਾਲਾ। ਉਹਦੀ ਚਿਤਵਨੀ ਮੈਲੀ ਹੈ, ਕਦੇ ਚੰਗੀ ਸੋਚ ਨਹੀਂ ਰੱਖੇਗਾ। ਅੱਗੇ ਲਫ਼ਜ਼ ਹੈ ਕੁਸ਼ਿਤ, ਬੁਰੀ, ਮਸ਼ਹੂਰੀ, ਬਦਨਾਮੀ। ਉਹ ਇੰਨੇ ਬੁਰੇ ਕੰਮ ਕਰਦਾ, ਬਿਕਰਾਲ ਹੋ ਜਾਂਦਾ, ਭਿਅੰਕਰ ਹੋ ਜਾਂਦਾ, ਡਰਾਉਣਾ ਜਿਹਾ ਹੋ ਜਾਂਦਾ ਹੈ। ਕਈ ਬੰਦਿਆਂ ਦੀ ਆਦਤ ਹੁੰਦੀ ਨਾ ਪਾਪ ਕਰਨਾ, ਪੁੱਠੇ ਕਰਮ ਕਰਨਾ, ਤੇ ਉਹ ਸਮਾਜ ਦੇ ਲੋਕ ਕਿਨਾਰਾ ਕਰ ਜਾਂਦੇ ਵੀ ਇਹਦੇ ਮੱਥੇ ਹੀ ਨਹੀਂ ਲੱਗਣਾ, ਇਹਨੇ ਚਾਹੀਦਾ ਕੰਮ ਕੀਤਾ ਹੀ ਕੋਈ ਨਹੀਂ। ਮਨਮੁਖ ਏਦਾਂ ਦੇ ਹੁੰਦੇ ਨੇ ਔਰ ਉਹਨਾਂ ਦਾ ਜੀਵਨ ਭਿਆਨਕ ਹੋ ਜਾਂਦਾ ਹੈ। ਬਾਬੇ ਪ੍ਰਿਥੀ ਚੰਦ ਦੇ ਕੰਮ ਕੁਝ ਏਦਾਂ ਦੇ ਨੇ। ਇੱਕ ਉੱਥੇ ਸਪੈਲਾ ਆਇਆ ਹੈ, ਜਿਹਨੂੰ ਜੋਗੀ ਕਹਿ ਦਿੰਨੇ ਆਪਾਂ। ਉਹਨੂੰ ਆਖਣ ਲੱਗੇ ਵੀ ਹੁਣ ਗੱਲ ਇਸ ਤਰ੍ਹਾਂ ਹੈ ਵੀ ਇਹ ਗੁਰੂ ਅਰਜਨ ਸਾਹਿਬ ਦਾ ਫਰਜ਼ੰਦ ਵਿਹੜੇ ਵਿੱਚ ਖੇਡਦਾ ਫਿਰਦਾ ਹੈ ਪਿੰਡ ਵਡਾਲੀ, ਤੇ ਤੇਰੇ ਕੋਲ ਨਾਗ ਹੈ, ਤੇ ਜੇ ਉਸ ਬਾਲਕ ਨੂੰ ਨਾਗ ਡਸ ਲਵੇ ਨਾ, ਇੰਨੀ ਦੌਲਤ ਬਖਸ਼ ਦੇਵਾਂਗੇ 7 ਪੀੜ੍ਹੀਆਂ ਨਹੀਂ ਮੁੱਕੇਗੀ, ਤੇ ਗੱਦੀ ਮਿਹਰਬਾਨ ਨੂੰ ਚਾਹੀਦੀ ਹੈ। ਕਹਿੰਦੇ ਉਹ ਸਪੈਲਾ ਗਿਆ ਤੇ ਸੱਪ ਭਾਈ ਉਸਨੇ ਉਹ ਗੁਰੂ ਹਰਗੋਬਿੰਦ ਸਾਹਿਬ ਵਿਹੜੇ ਵਿੱਚ ਖੇਲਦੇ ਸਨ ਤੇ ਉੱਥੇ ਛੱਡ ਦਿੱਤਾ। ਹੁਣ ਗੁਰੂ ਘਰਾਂ ਤੇ ਕਾਰ ਵਿਵਹਾਰ ਇੰਨੇ ਹੁੰਦੇ ਨੇ, ਸਭ ਰੁੱਝੇ ਹੁੰਦੇ ਨੇ। ਉਹ ਕਿਸੇ ਸਿੱਖ ਦਾ ਧਿਆਨ ਨਾ ਗਿਆ ਤੇ ਸ੍ਰੀ ਹਰਗੋਬਿੰਦ ਸਾਹਿਬ ਖੇਡਦੇ ਖੇਡਦੇ ਸੱਪ ਦੇ ਕੋਲ ਹੋਏ।
ते कहंदे झपट मार के ना एवें 2 वरियां दे श्री हरगोबिंद साहिब ने सप फड़ लिया। बृज भाषा विच इतिहासिक ग्रंथ दे बोल ने, कवि संतोख सिंह लिखदे ने, शीस दबाए के फेस दियो, बहु दीर्घ सो उल्ट्यो बल खाए, लांगुल को पटकाए मरियो तब, तां दिश मात ने नैन लगाए। जेड़े सप नूं गुरां ने फड़िया ते उन्हें पुकारा मारिया, डराउणा चाहया, डंगना चाहया। गुरु हरगोबिंद साहिब ने सिर फेंक के धरती ते मारिया, नाल ही जान कढ़ दित्ती सप दी। ते जदों पड़क के मारिया ते उस दिश नूं माता दे नैन गए, दौड़ के आई भी ये की बन गया है। सप मोया पिया ते बालक श्री हरगोबिंद खेल रहे ने। इनू गुरु ग्रंथ साहिब की आंदे ने। एक गल तो यह समझियो भी गुरु हथों जो भी मिटेगा, पस पंसी भूत अर प्रेता, बहुविध जोनी फिरत अनेता। ये 84 लाख जूना ने। इन्हां चों जेड़ा भी गुरु हथों मिटेगा, सज्जन है दुश्मन है, कहंदे सतगुर चरण जिन परसिया, से पस प्रेत सुर नर भय। सतगुर दाता मुक्त कराए। गुरु मुक्ति दा दाता है। 84 लाख जूना कटन वाला है। 1,84 फिरदे रहे बिन सतगुर मुक्त ना होई, गुरु दी किरपा तो बिना मुक्ति नहीं हुंदी। ये सप जेड़ा सी ना, इहदा अंत गुरां ने कीता जदों श्री गुरु अर्जन देव महाराज नूं पता लग्या इस करामात बारे, इस अजमत बारे, तो वो मुस्कुराउंदे ने, क्योंकि वो जानते ने ये कोई मामूली हस्ती नहीं है। ਇਹਦੇ ਬਾਰੇ ਤੇ ਭਾਈ ਗੁਰਦਾਸ ਨੇ ਲਿਖਿਆ ਸੀ, ਛਠਮ ਪੀਰ ਬੈਠਾ ਗੁਰ ਭਾਰੀ, ਇਹ ਭਾਰਾ ਗੁਰੂ ਹੈ। ਇਹਦੇ ਤੁਲ ਦੁਨੀਆ ਦੇ ਉੱਤੇ ਕੋਈ ਨਹੀਂ ਹੈ, ਨਾ ਅਸਮਤਾਂ ਦੇ ਵਿੱਚ, ਕਰਾਮਾਤ ਦੇ ਵਿੱਚ, ਨਾ ਬਾਹੂਬਲ ਦੇ ਵਿੱਚ। ਵੈਸੇ ਵੀ ਇਤਿਹਾਸ ਵਿੱਚ ਦਰਜ ਹੈ ਵੀ ਗੁਰਾਂ ਦਾ ਜਿਹੜਾ ਰੁਤਬਾ ਸੀ ਨਾ, ਜੋ ਅਜ਼ਮਤ ਸੀ ਗੁਰਾਂ ਦੀ, 7.5 ਫੁੱਟ ਦੇ ਕਰੀਬ ਇਹਨਾਂ ਦੀ ਹਾਈਟ ਸੀ ਮਹਾਰਾਜ ਦੀ। ਤੇ ਕਹਿੰਦੇ ਨੇ ਅਕਾਲ ਤਖਤ ਸਾਹਿਬ ਦੇ ਪਿੱਛੇ ਨਾ, ਆਪਾਂ ਤੇ ਨਹੀਂ ਦੇਖਿਆ, ਬਜ਼ੁਰਗਾਂ ਦੇਖਿਆ ਹੋਵੇਗਾ, ਜਿਹੜੀਆਂ ਗਲੀਆਂ ਸਨ ਉਹ ਬੜੀਆਂ ਭੀੜੀਆਂ ਸਨ। ਤੇ ਉਹ ਗਲੀਆਂ ਦੇ ਵਿੱਚ ਜਦੋਂ 2 ਬੰਦੇ ਗੱਲਾਂ ਬਾਤਾਂ ਕਰਦੇ ਲੰਘਦੇ ਨੇ ਤੇ ਉਹਨਾਂ ਦੇ ਮੋਢੇ ਖਹਿੰਦੇ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਲੰਘਦੇ ਸਨ ਤੇ ਉਹਨਾਂ ਕੱਲਿਆਂ ਦੇ ਮੋਢੇ ਖਹਿ ਜਾਇਆ ਕਰਦੇ ਸਨ। ਏਡੇ ਜਵਾਨ ਸਨ ਪਾਤਸ਼ਾਹ। ਕਰਾਮਾਤ ਵਿੱਚ ਵੀ ਭਾਰੀ ਨੇ, ਕੱਦ ਕਾਠ ਵਿੱਚ ਵੀ ਭਾਰੀ ਨੇ। ਐਵੇਂ ਥੋੜਾ ਭਾਰਤ ਵਰਸ਼ ਦੇ ਬਾਦਸ਼ਾਹ ਸ਼ਾਹਜਹਾਨ ਕੋਲੋਂ 4 ਜੰਗ ਜਿੱਤੇ। ਪਰ ਬਾਕੀ ਬਾਣੀ ਵੀ ਕਹਿੰਦੀ ਹੈ, ਗੁਰ ਨਾਲ ਤੁਲ ਨਾ ਲੱਗਈ ਖੋਜ ਡਿਠਾ ਬ੍ਰਹਮੰਡ। ਗੁਰੂ ਦੇ ਨਾਲ ਕੰਪੈਰੀਜ਼ਨ ਕਿਸੇ ਦਾ ਨਹੀਂ ਹੋ ਸਕਦਾ। ਇੱਥੇ ਹੀ ਦਾਸ ਵਿਚਾਰ ਨੂੰ ਸੰਕੋਚਦਾ ਹੈ। 1 ਘੰਟਾ ਆਪ ਸੰਗਤ ਦੇ ਦਰਸ਼ਨ ਕੀਤੇ ਨੇ। ਕੱਲ ਨੂੰ ਵੀ 7:15 ਵਜੇ ਦੀਵਾਨ ਸੱਜਣਗੇ। ਫਿਰ ਪਰਸੋਂ 2 ਦਿਨ ਹੋਰ ਆਪ ਸੰਗਤ ਦੇ ਦਰਸ਼ਨ ਕਰਨੇ ਨੇ। ਇਹੀ ਲੜੀ ਅੱਗੇ ਚਲਾਵਾਂਗੇ। ਮੇਰੀ ਪੀਰੀ ਦੇ ਮਾਲਕ ਦੀ ਵਡਿਆਈ ਕਰਾਂਗੇ। ਭੁੱਲ ਚੁੱਕ ਦੀ ਖਿਮਾ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।